ਬੱਬਲੀ ਵਾਲਾ ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ? ਸਭ ਤੋਂ ਵੱਧ ਮੈਨੂੰ ਇੱਜ਼ਤ ਦਿੱਤੀ ਹੈ। ਹੋਰ ਸੁਣਾਓ? ਗਏ ਹੋ ਤੁਸੀਂ ਮੇਰੇ ਘਰੋਂ ਹੈਨਾ? ਬਣਾ ਬਾਪੂ ਕੀ ਹਾਲ ਚਾਲ ਨੇ? ਹੋਰ ਸੁਣਾ ਮਿੱਤਰ ਪਿਆਰਿਓ, ਕੀ ਹਾਲ ਚਾਲ ਨੇ? ਠੀਕ ਠਾਕ ਜੀ, ਵਧੀਆ ਚੜ੍ਹਦੀ ਕਲਾ, ਕਿਰਪਾ ਬਾਬੇ ਨਾਲ। ਸਭ ਤੋਂ ਵੱਧ ਮਾਲੋਵਾਲ ਦਾ ਯੋਗਦਾਨ ਹੁੰਦਾ। ਹਾਂਜੀ ਹੁੰਦਾ ਕਿ ਨਹੀਂ ਹੁੰਦਾ? ਕਈਆਂ ਦਾ ਪਛਾਣਦਾ ਮੈਂ। ਹੋਰ ਸੁਣਾ ਮਿੱਤਰ ਪਿਆਰਿਓ? ਛੱਕੇ ਮਾਰੇ ਮੇਰਾ ਤਾਂ ਚੌਕਾ ਹੀ ਰਹਿੰਦਾ, ਛਿੱਕਾ ਤੁਸੀਂ ਮਾਰ ਮਾਰਦਾ ਹੋਣਾ ਨੇ, ਕਹਿੰਦੇ ਨਾ ਬੋਲੇ ਸੋਨਿਆਲ ਤੇ ਛਿੱਕਾ ਉਹਦਾ ਹੀ ਵੱਜ ਜਾਂਦਾ। ਕਿਉਂ ਬਾਪੂ ਕਹਿ ਮੈਂ ਆ ਫਿਰ ਬੈਠੀਏ, ਫਿਰ ਅੱਗ ਲਾਈਏ ਕਿ ਨਹੀਂ ਲਾਈਏ? ਤੂੰ ਨਹੀਂ ਲਵਾਏਗਾ? ਤੇਰਾ ਤਾਇਆ ਹੁੰਦਾ ਨਾ, ਉਹ ਮੈਨੂੰ ਕਹਿੰਦਾ ਟਿਪਰੀ ਸੈਨ ਆ ਫਿਰ ਤੂੰ ਨਹੀਂ ਲਾਈਏ ਗੱਲ। ਠੀਕ ਠਾਕ ਕੈਮੋ ਕੈਮੋ ਮਿਹਰਬਾਨੀ। ਦੇਖੋ ਜ਼ਿੰਦਗੀ ਦੇ ਵਿੱਚ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਦੇਣੀਆਂ ਨਹੀਂ ਦੇ ਸਕਦਾ। 21 ਪੁਸ਼ਤਾਂ 'ਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੈ, ਅੰਮ੍ਰਿਤਸਰ ਦਾ ਐਮਪੀ ਬਣਾਇਆ। ਪਰ ਮੈਨੂੰ ਐਂ ਦੱਸੋ, ਤੁਹਾਡੇ 'ਚੋਂ ਕਿੰਨੇ ਗਏ ਉੱਥੇ ਅੰਦੋਲਨ 'ਚ? ਸ਼ਾਬਾਸ਼ ਦੋ ਵਾਰ ਸਰਦਾਰ ਖੁਸ਼ ਹੋਇਆ। ਕੀ ਬਾਤ ਹੈ। ਮਤਲਬ ਸਾਰੇ ਮਤਲਬ ਅੱਧੇ ਅੱਧੇ ਕਰਕੇ ਜਾਂਦੇ ਹੋ? ਕਿੱਦਾਂ ਜਾਂਦੇ ਹੋ? ਸਾਡੇ ਆਲੂ ਸਾਡੇ ਗਏ ਨਾ, ਮਟਰ ਟੁੱਟ ਕੇ ਸਾਰੇ ਹੀ ਜਾਵਾਂਗੇ। ਸਾਰੇ ਡੇਰੇ ਉੱਥੇ ਸਾਰੇ ਜਾਵਾਂਗੇ। ਆਲੂ ਦੇ ਆਲੂ। ਅੱਛਾ ਪਹਿਲਾਂ ਉਹ ਮਟਰ ਇੱਥੋਂ ਪਹਿਲਾਂ ਕਿੱਥੇ ਵੇਚਦੇ ਹੁੰਦੇ ਸੀ ਮਟਰ? ਮਟਰ ਅਸੀਂ ਅੰਮ੍ਰਿਤਸਰ ਹੀ ਮੰਡੀ ਵੇਚਦੇ ਹੁੰਦੇ? ਇਸ ਤਰ੍ਹਾਂ ਨਹੀਂ, ਹਾਂਜੀ। ਜਦੋਂ ਤੇ ਪਾਕਿਸਤਾਨ ਟ੍ਰੇਡ ਚੱਲਦਾ ਸੀਗਾ, ਆ ਗੱਲ ਉਦੋਂ ਤੇ ਡੇਲੀ 100 ਗੱਡੀ ਜਾਂਦੀ ਸੀ। ਉਦੋਂ ਮਟਰ ਦਾ ਰੇਟ ਵੀ ਜਿਹੜਾ ਇਹ ਮਤਲਬ ਜਾਂਦਾ ਸੀ ਉਜ਼ਬੇਕਿਸਤਾਨ, ਕਜ਼ਾਕਿਸਤਾਨ ਜਾਂਦਾ ਜਿੱਥੋਂ ਪਿਆਜ਼ ਆਉਂਦਾ ਜਦੋਂ ਹਾਂਜੀ ਹਾਂ ਹਾਂ। ਤੇ ਬਿਲਕੁਲ ਤੋਂ ਹੋਰ ਤੇ ਜਿਹੜਾ ਪਿਛਲੇ ਸਾਲ ਇਹਦੇ ਕਾਰਨ ਮਟਰ ਬਹੁਤ ਜ਼ਿਆਦਾ ਮੰਦਾ। ਪਿਛਲੇ ਸਾਲ ਤੇ ਲੋਕਾਂ ਨੇ ਪੈਲਗਾ ਨਹੀਂ ਪਾਇਆ ਸੀਗਾ, ਔਰ ਇਸ ਸਾਲ ਵੀ 20% ਮਟਰ ਲੱਗਾ। ਫਿਰ ਵੀ ਅੱਜ 12 13 14 15 ਤੱਕ ਰੇਟ ਹੈ। ਜਦੋਂ ਪਾਕਿਸਤਾਨ ਜਾਂਦਾ ਸੀ 20 ਤੋਂ ਮਰਦਾ ਨਹੀਂ ਸੀ ਮਟਰ। ਮਤਲਬ ਤੁਸੀਂ ਚਾਹੁੰਦੇ ਹੋ ਵੀ ਜੇ ਬਾਰਡਰ ਖੁੱਲਦਾ ਤਾਂ ਫਿਰ ਤੁਸੀਂ ਬਾਰੇ ਨਹੀਂ ਆਉਂਦੇ? ਜ਼ਿਮੀਦਾਰ ਦੇਖੋ ਮੈਂ ਝੂਠ ਬੋਲਦਾ? ਇਹ ਮਤਲਬ ਪੰਜਾਬ ਦੀ ਕਿਸਮਤ ਤੇ ਤਾਲੇ ਲਾਤੇ। ਬਿਲਕੁਲ ਜੀ। ਲਾਤੇ ਨਾ ਲਾਤੇ? ਤੇ ਪਹਿਲਾਂ ਅੰਮ੍ਰਿਤਸਰ ਮੰਡੀ ਹੁੰਦਾ ਸੀਗਾ, ਮਤਲਬ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੁੰਦਾ ਹੁੰਦਾ ਹੀ ਨਾ। ਉਜ਼ਬੇਕਿਸਤਾਨ ਦਾ ਸਾਡਾ ਸਿਲਕਨ ਰੂਟ, ਇਹ ਤਾਲੇ ਜੇ ਖੁੱਲ ਜਾਣ 6 ਮਹੀਨੇ 60 ਸਾਲ ਦੀ ਤਰੱਕੀ ਹੈ। ਹੈ ਕਿ ਨਹੀਂ ਹੈ ਤਰੱਕੀ? ਅੰਮ੍ਰਿਤਸਰ ਇੱਥੇ ਸਰ 40 ਰੁਪਏ ਇੱਧਰ ਗਿਆ, ਉੱਥੇ 1000 ਰੁਪਏ ਇੱਧਰ ਕੇ ਵਿਕਣ ਡਿਆ। ਵਿਕਣ ਡਿਆ ਨਾ? ਉਹਦੇ 1000 ਰੁਪਏ ਇੱਧਰ ਕੇ ਵਿਕਣ। 1000 ਰੁਪਏ ਅਦਰਕ ਇਸੇ ਕਰਕੇ ਘਟ ਗਿਆ ਤੇ ਰੁਜ਼ਗਾਰ ਵੀ ਬਹੁਤ ਘਟ ਗਿਆ ਮਜ਼ਦੂਰ ਲਈ। ਤੁਸੀਂ ਇਹ ਵੇਖੋ ਕਿ ਮਤਲਬ ਇੱਥੋਂ ਜੇ ਆਪਾਂ ਲਾਈਏ ਤੇ 22 ਕਿਲੋਮੀਟਰ ਹੋਣਾ ਬਾਰਡਰ। ਕਿੰਨਾ ਹੋਣਾ? ਹਾਂਜੀ, 55 ਕਿਲੋਮੀਟਰ। ਚਲੋ 30 ਉੱਥੋਂ ਅੰਮ੍ਰਿਤਸਰ 30 ਹੈ, 25 ਹੈ 30। ਹਾਂ ਜੇ ਮਾਲ ਜਾਣਾ ਹੋਵੇ ਤੇ ਉਹ ਮਾਲ ਜਾਂਦਾ ਵਾਇਆ ਬੰਬੇ 2500 ਕਿਲੋਮੀਟਰ। ਤੇ ਕਰਾਚੀ ਬੰਬੇ ਖੁੱਲਾ ਹੈ ਹਾਂਜੀ ਤੇ ਅੰਮ੍ਰਿਤਸਰ ਲਾਹੌਰ ਨਹੀਂ। ਹਾਂਜੀ ਗੱਲ ਸਮਝ ਲਓ, 22 ਕਿਲੋਮੀਟਰ ਜੇ ਮਾਲ ਭੇਜਣਾ ਹੈ, 22 ਕਿਲੋਮੀਟਰ ਤੋਂ ਉਹ 2100 ਕਿਲੋਮੀਟਰ ਘੁੰਮ ਕੇ ਜਾਂਦਾ ਦੁਬਈ ਮੁਦਰਾ ਹੋ ਕੇ। ਉਹ ਵੀ ਇਹਦੇ ਅਡਾਨੀ ਦੇ ਪੋਰਟ ਤੇ ਖੁੱਲਦਾ। ਇਹਨਾਂ ਨੂੰ ਗਿਰਵੀ ਰੱਖਦਾ ਇਹਨਾਂ ਨੇ ਦੇਸ਼। ਮੇਰਾ ਵੀ ਬੜਾ ਜੀ ਕਰਦਾ ਉੱਥੇ ਜਾਣ ਨੂੰ, ਪਰ ਮੈਂ ਇੱਕ ਸਿੱਧੀ ਜੀ ਤੁਹਾਨੂੰ ਗੱਲ ਦੱਸਾਂ ਕਿ ਇਹ ਜਿਹੜੀ ਹੈ ਨਾ, ਇਹ ਜਿਹੜੀ ਮੂਵਮੈਂਟ ਹੈ, ਦੇਖੋ ਜਿਹੜੀ ਚੀਜ਼ ਚੰਦ ਲੋਕਾਂ ਤੱਕ ਸੀਮਿਤ ਹੋਵੇ ਨਾ, ਉਹ ਕਦੇ ਕ੍ਰਾਂਤੀ ਨਹੀਂ ਬਣਦੀ। ਲੇਕਿਨ ਜਦੋਂ ਇੱਕ ਲੋਕ ਲਹਿਰ ਬਣ ਜਾਂਦੀ ਹੈ ਨਾ, ਉਹਨੂੰ ਆਪਾਂ ਮੂਵਮੈਂਟ ਕਹਿ ਦਿੰਦੇ। ਹੁਣ ਇਹ ਮੂਵਮੈਂਟ ਸਮਾਜਿਕ ਹੈ, ਇਹ ਸਮਾਜ ਦੀ ਮੂਵਮੈਂਟ ਆ, ਲੋਕਾਂ ਦੀ ਮੂਵਮੈਂਟ ਹੈ। ਇਹ ਕਿਸੇ ਪੋਲੀਟੀਕਲ ਪਾਰਟੀ ਦੀ ਮੂਵਮੈਂਟ ਥੋੜਾ ਨਾ। ਤੇ ਬੰਦਾ ਮੇਰੇ ਵਰਗਾ ਬੰਦਾ ਉੱਥੇ ਕੋਈ ਲਾਹਾ ਲੈਣ ਥੋੜਾ ਨਹੀਂ ਜਾਣਾ। ਅਸੀਂ ਤੇ ਖੁਸ਼ ਆ, ਪਿੱਛੇ ਖੜ ਕੇ ਖੁਸ਼ ਆ ਵੀ ਕਿਸਾਨ ਨੇ ਅੱਜ ਇੱਕ ਐਸਾ ਜਿਹਨੂੰ ਕਹਿੰਦੇ ਨੌਨ ਵਾਇਲੈਂਟ, ਵੀ ਕੋਈ ਵਾਇਲੈਂਸ ਨਹੀਂ, ਕੋਈ ਲੜਾਈ ਝਗੜਾ ਨਹੀਂ, ਕੋਈ ਐਸੀ ਖੂਨ ਖਰਾਬਾ ਨਹੀਂ, ਤੇ ਉਹਨੇ ਇੱਕ ਐਸੀ ਮੂਵਮੈਂਟ ਬਣਾਤੀ ਸਮਾਜਿਕ ਜਿਹੜੀ ਸਰਕਾਰ ਨੂੰ ਗੋਡਿਆਂ ਤੇ ਲੈ ਗਈ, ਗਲ ਪਰ ਨਹੀਂ ਲੈ ਗਈ। ਬਿਲਕੁਲ ਜੀ। ਇਹ ਮਤਲਬ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਜਿਹੜੀ ਚੀਜ਼ ਮੇਰੀ ਹੋਸ਼ ਪਿਛਲੇ 40 ਸਾਲਾਂ ਦੇ ਵਿੱਚ ਇਹ ਮੈਂ ਕਦੇ ਨਹੀਂ ਦੇਖਿਆ। ਇਹ ਪਹਿਲੀ ਵਾਰ ਹੋਇਆ ਕਿ ਨਹੀਂ ਹੋਇਆ? ਬਾਬਾ ਜੀ ਤੁਸੀਂ ਤਾਂ ਮੇਰੇ ਤੋਂ ਬਹੁਤ ਵੱਡੇ ਹੋ, ਜ਼ਿਆਦਾ ਸਾਹਮਣੇ ਦੇਖਿਆ। ਇਹ ਪਹਿਲੀ ਵਾਰ ਹੋਇਆ ਨਾ। ਹੁਣ ਇੱਕ ਕਿਸੇ ਵੀ ਪੋਲੀਟੀਸ਼ੀਅਨ ਵਾਸਤੇ ਇਹਨੂੰ ਸਮਾਜਿਕ ਮੂਵਮੈਂਟ ਨੂੰ ਰਾਜਨੀਤੀਕਰਨ ਕਰਨਾ, ਇਹਦਾ ਜਾਂ ਇਹਨੂੰ ਰਾਜਨੀਤਿਕ ਮੋੜ ਦੇਣਾ, ਇਹ ਤਾਂ ਛੋਟਾ ਕਰਨ ਵਾਲੀ ਗੱਲ ਹੈ ਨਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਛੋਟਾ ਕਰਨ ਵਾਲੀ ਗੱਲ ਹੈ। ਇਹ ਸਿਆਣੇ ਨੇ, ਫਾਰਮਰ ਤੋਂ ਸਿਆਣਾ ਕੋਈ ਵੀ ਨਹੀਂ ਹੈ ਦੁਨੀਆ ਦੇ ਵਿੱਚ। ਅਗਲਾ ਮਿੱਟੀ ਨਾਲ ਮਿੱਟੀ ਹੁੰਦਾ, ਉਹਨੂੰ ਸਭ ਪਤਾ ਮਿੱਟੀ ਨਾਲ ਜੁੜਿਆ। ਤੇ ਤੁਸੀਂ ਹੁਣ ਉੱਥੇ ਜਾ ਕੇ ਜੇ ਲਾਹਾ ਲਾਓਗੇ,
ਉਹਦਾ ਕੋਈ ਫਾਇਦਾ? ਸੋ ਇਹ ਜਿਹੜਾ ਦੇਖੋ ਤੁਸੀਂ ਇਹ ਦੇਖੋ ਸਮਾਜਿਕ ਮੂਵਮੈਂਟ ਹੈ, ਸੋਸ਼ਲ ਮੂਵਮੈਂਟ ਹੈ, ਤੇ ਇਹਨੂੰ ਹੁਲਾਰਾ ਕੌਣ ਦੇ ਰਿਹਾ? ਸੋਸ਼ਲ ਮੀਡੀਆ। WhatsApp ਦਾ ਠਾਂ ਆ ਹੋ ਜਾਂਦਾ, ਠੱਕ ਆ ਹੋ ਜਾਂਦਾ, ਉੱਥੋਂ ਐ ਆ ਚੱਲ ਰਿਹਾ ਜੀ, ਉਹਦਾ ਫਲਾਣਾ ਇਹਦਾ ਲਾਈਵ ਚੱਲ ਰਿਹਾ। ਬਾਕੀ ਤੇ ਉੱਥੇ ਵਾਲੇ ਤਾਂ ਦਿੱਲੀ ਵਾਲੇ ਤਾਂ ਅੱਛਾ ਜਿਹੜੇ ਵਿਕੇ ਵੀ ਉਹਨਾਂ ਨੂੰ ਗਾਲਾਂ ਪੈਂਦੀਆਂ, ਠਾਂ ਕਰਦੀਆਂ। ਖੋਲੋ ਵੀ ਟਮਕਾਨਾ ਭੱਜੋ, ਇਹ ਤੁਸੀਂ ਓਏ ਐ ਹੋ ਜੋ ਹੈ ਮਿਲ ਗਿਆ ਪ੍ਰਸ਼ਾਦ ਕਾਠੀ ਨਹੀਂ ਵਿਖਾਉਂਦੇ, ਜਿੱਥੇ ਜਾਈਦਾ ਜਿੱਥੇ 4 ਬੰਦੇ ਹੁੰਦੇ ਉੱਥੇ ਰਾਤ ਦੇ ਮੂਵੀ ਡਾਨੀ ਬਾਨੀ ਦਾ ਸਾਰਾ ਸਿਸਟਮ ਹੈ। ਇੱਕ ਦੋ ਚੈਨਲ ਹੈ ਜਿਹੜੇ ਆਪਣੇ ਨੈਸ਼ਨਲ ਮੀਡੀਆ ਕਦਨ ਐਸਵਾਈ ਨਾਲ ਦਾ ਹਰੇਕ ਥਾਂ ਤੇ ਚੰਗੇ ਬੰਦੇ ਹੁੰਦੇ ਆ, ਮਾੜੇ ਹੁੰਦੇ ਆ। ਆ ਕਰੰਟ ਲਿਆ ਤਾਂ ਕੀ ਬਾਤ ਹੈ, ਪੂਰੀ ਕਰੰਟ ਲਿਆ। ਅੱਛਾ ਹੁਣ ਦੂਈ ਗੱਲ, ਇਸ ਮੂਵਮੈਂਟ ਦੇ, ਇਸ ਕਿਸਾਨ ਦੇ ਵਲੂੰਦਰੇ ਦਿਲ ਚੋਂ ਨਿਕਲੀ ਪੀੜ ਦੇ, ਇਸ ਮੂਵਮੈਂਟ ਜਿਹੜਾ ਮਜ਼ਦੂਰ ਹੈ ਉਹਦੀ ਆਤਮਾ ਚੋਂ ਇਹਦਾ ਉਦੈ ਹੋਇਆ। ਤੇ ਮੈਨੂੰ ਲੱਗਦਾ ਹੈ ਕਿ ਜੇ ਇਹਦਾ ਡੂੰਘਾ ਮਤਲਬ ਮੈਂ ਦੇਖਦਾ ਨਾ ਜਦੋਂ ਵੀ ਇਹ ਮਤਲਬ ਲੱਖਾਂ ਲੋਕ ਬਾਰਡਰ ਘੇਰੀ ਖੜੇ ਆ, ਸਾਰੇ ਲੋਕ ਇੱਕ ਮੁੱਠ ਹੋ ਕੇ, ਇੱਕਜੁੱਟ ਹੋ ਕੇ, ਯੂਨਿਟੀ ਇਨ ਡਾਈਵਰਸਿਟੀ, ਵੀ ਅੱਡ ਅੱਡ ਧਰਮ ਫਿਰ ਵੀ ਸਾਰੇ ਇਕੱਠੇ ਆ, ਔਰ ਟਾਰਚ ਬੇਅਰਰ ਪੰਜਾਬ ਹੈ। ਇਹਦਾ ਜੇ ਮੈਂ ਡੂੰਘਾ ਮਤਲਬ ਦੇਖਾਂ ਨਾ, ਤੇ ਇਹਦਾ ਡੂੰਘਾ ਮਤਲਬ ਇਹ ਹੈ ਕਿ ਇਸ ਮੂਵਮੈਂਟ ਦੀ ਜਿੱਤ ਸਾਡੇ ਲੋਕਤੰਤਰ ਦੀ, ਬਿਲਕੁਲ ਸਾਡੇ ਸੰਵਿਧਾਨ ਦੀ ਜਿੱਤ। ਇਹ ਆਜ਼ਾਦੀ ਦੂਜੀ ਲੜਾਈ ਭਾਜੀ ਇਹ ਤਾਂ ਮੈਂ ਹੀ ਆ ਨਾ ਕਿ ਇਹ ਮਤਲਬ ਸਾਡੇ ਸੰਵਿਧਾਨ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ। ਹਾਂਜੀ ਸਹੀ। ਤੇ ਜੇ ਇਹ ਮੂਵਮੈਂਟ ਨੂੰ ਕੋਈ ਹੁਣ ਰਾਜਨੀਤੀਕਰਨ ਕਰਕੇ ਇਹਨੂੰ ਪਿੱਛੇ ਲਿਆਵੇ, ਤੇ ਫਿਰ ਮੈਨੂੰ ਇਹ ਲੱਗਦਾ ਹੈ ਕਿ ਇਹ ਉਸ ਤਾਨਾਸ਼ਾਹ ਸਰਕਾਰ ਨੂੰ ਮਜ਼ਬੂਤ ਕਰਦਾ। ਹਾਂਜੀ ਸਹੀ। ਇਸ ਕਰਕੇ ਦੇਖੋ ਬੜਾ ਜੀ ਕਰਦਾ, ਲੇਕਿਨ ਜਿਹਨੇ ਕੀਤਾ, ਜਿਸ ਕਿਸਾਨ ਨੇ ਮਤਲਬ ਜਦੋਂ ਉਹਦੀ ਆਪਦੀ ਜ਼ਿੰਦਗੀ ਦਾ ਤੇ ਲੱਗੀ ਹੈ ਤਾਂ ਲੜੂ ਸਰਕਾਰ ਨਾਲ, ਨਹੀਂ ਬਿਲਕੁਲ ਸਰਕਾਰ ਦਾ ਦਰਜਾ ਮਾਂ-ਬਾਪ ਦਾ ਹੁੰਦਾ, ਬਿਲਕੁਲ। ਲੇਕਿਨ ਅਗਲਾ ਤਾਂ ਲੜਦਾ ਹੈ ਵੀ ਉਹਦੀ ਆਪਦੀ ਜ਼ਿੰਦਗੀ ਦਾ ਤੇ ਲੱਗੀ। ਸਰ ਕਹਿੰਦੇ ਵੀ ਭੁੱਖੇ ਮਰਨ ਤੋਂ ਚੰਗਾ ਵਾ ਵੀ ਹੁਣ ਉੱਥੇ ਲੜ ਕੇ ਮਰਿਆ ਗਿਆ, ਕਿਉਂਕਿ ਜਦੋਂ ਸਾਡੇ ਕੋਲ ਸਾਰਾ ਕੁਝ ਖੋਲੇ ਇੰਨੀ ਠੰਡ 'ਚ ਜੀ ਕਰਦਾ ਜੀ ਉੱਥੇ ਬਹਿਣ ਨੂੰ। ਪੰਜਾਬੀ ਕਦੇ ਮੰਗਦਾ ਨਹੀਂ, ਮੈਂ ਨਹੀਂ ਦੇਖਿਆ ਕਦੇ ਕੋਈ ਪੰਜਾਬੀ ਭੀਖ ਮੰਗਦਾ, ਦੇਖਿਆ ਕਦੇ? ਵੇਖਿਆ ਕਦੇ? ਪੰਜਾਬ ਦੇ ਹੱਥ ਤੇ ਐ ਰਹੇ, ਐ ਰਹੇ ਹੱਥ, ਨਹੀਂ? ਬਿਲਕੁਲ ਜੀ। ਤੇ ਜਦੋਂ ਪੰਜਾਬੀ ਆਪਦੇ ਹੱਕਾਂ ਲਈ ਖੜਦਾ ਤੇ ਇਨਕਲਾਬੀ ਆਵਾਜ਼ ਕੱਢਦਾ ਤੇ ਫਿਰ ਉਹਦੀ ਜਿੱਤ ਕੀ ਹਾਲ ਕਹਿਮੋ ਕੀੜੀ ਤੋਂ ਲੈ ਕੇ ਜਹਾਜ਼ ਚੱਲਣ ਡਿਆ ਪੰਜਾਬੀ ਦਾ ਹੀ ਹੈ। ਹਾਂ ਬਿਲਕੁਲ ਬਿਲਕੁਲ ਕੀੜੀ ਸਾਨੂੰ ਕੀੜੀ ਤੋਂ ਲੈ ਕੇ ਜਹਾਜ਼ ਚਲਾਉਣ ਡਿਆ ਸੀ। ਮੈਂ ਕਿਹਾ ਬਿਲਕੁਲ ਬਿਲਕੁਲ ਬਿਲਕੁਲ। ਇਹ ਦੇਖੋ ਇਸ ਗੱਲ ਕਰਕੇ ਮੈਂ ਬਹੁਤ ਖੁਸ਼ ਹਾਂ। ਔਰ ਦੂਜੀ ਗੱਲ, ਜੇ ਮੈਂ ਧਿਆਨ ਨਾਲ ਇਸ ਮੂਵਮੈਂਟ ਨੂੰ ਦੇਖਦਾ ਤੇ ਕਿਸਾਨ ਇਕੱਲਾ ਆਪਦੇ ਲਈ ਨਹੀਂ ਲੜ ਰਿਹਾ, ਇਸ ਗੱਲ ਨੂੰ ਜ਼ਰੂਰ ਸਮਝੋ। ਹਾਂਜੀ ਬਿਲਕੁਲ ਸਹੀ ਗੱਲ। ਕਿਉਂਕਿ ਇਹ ਤੁਸੀਂ ਜਦੋਂ ਗੱਲ ਕਰਦੇ ਹੋ ਨਾ ਸੱਥਾਂ 'ਚ ਬੈਠ ਕੇ, ਆਪਣੀ ਸੱਥਾਂ ਦੇ ਵਿੱਚ ਬੈਠ ਕੇ, ਗਲੀਆਂ 'ਚ ਮਹੱਲਿਆਂ 'ਚ, ਤਾਂ ਮੂਵਮੈਂਟ ਨੂੰ ਬਲ ਮਿਲਦਾ। ਬਿਲਕੁਲ ਆਮ ਬੰਦਾ ਜਦੋਂ ਗੱਲ ਕਰਦਾ, ਸਲਾਹ ਮਸ਼ਵਰਾ ਕਰ। ਪਹਿਲਾਂ ਕੀ ਹੁੰਦਾ ਸੀਗਾ, ਸਰਕਾਰਾਂ ਇਹ ਗੋਦੀ ਮੀਡੀਆ ਦੇ ਰਾਹੀਂ ਜੇ ਕੋਈ ਇੱਕ ਅੱਧਾ ਲੀਡਰ ਬੋਲਦਾ ਸੀ ਨਾ, ਉਹਨੂੰ ਢਾ ਲੈਂਦੀਆਂ, ਐਂਟੀ ਨੈਸ਼ਨਲ ਫਲਾਨਾ। ਹਾਂਜੀ ਹੁਣ ਹਰੇਕ ਬੰਦਾ ਲੀਡਰ ਹੈ, ਬਿਲਕੁਲ। ਹੁਣ ਇਹ ਮੂਵਮੈਂਟ ਦੀ ਲੀਡਰ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਕਿਸਾਨ ਇਕੱਲਾ ਆਪਦੇ ਲਈ ਨਹੀਂ ਲੜ ਰਿਹਾ, ਉਹ 80% ਹਿੰਦੁਸਤਾਨ ਲਈ ਲੜ ਰਿਹਾ, ਉਹ ਦੁਕਾਨਦਾਰ ਲਈ ਲੜ ਰਿਹਾ, ਉਹ ਜਿਹੜਾ ਖਰੀਦਦਾਰ ਹੈ ਉਹਦੇ ਲਈ ਲੜ ਰਿਹਾ, ਉਹ ਛੋਟੇ ਜਿੰਨੇ ਵੀ ਵਪਾਰ ਕਰਨ ਵਾਲੇ ਉਹਨਾਂ ਲਈ ਲੜ ਰਿਹਾ, ਉਹ ਮਜ਼ਦੂਰ ਲਈ ਲੜ ਰਿਹਾ। ਇਸ ਕਰਕੇ ਉਹ ਲੜਾਈ ਜਿਹੜੀ ਲੜ ਰਿਹਾ ਹੈ ਉਹ 80% ਲੋਕਾਂ ਦੀ ਲੜਾਈ ਹੈ। ਸਹੀ ਹੈ, ਬਿਲਕੁਲ ਸਹੀ। ਔਰ ਇਹ ਜਿਹੜੀ ਲੜਾਈ ਹੈ ਮੇਰੇ ਹਿਸਾਬ ਦੇ ਨਾਲ ਇਹਦੇ ਕਾਰਨ, ਜੇ ਆਪਾਂ ਅੱਜ ਦੇਖੀਏ, ਕਿਉਂਕਿ ਤੈਨੂੰ ਕੀ ਠੀਕ ਲੱਗਦਾ ਜਿਹੜੀ ਤੁਸੀਂ ਇਹ ਗੱਲ ਬੋਲੀ ਨਾ ਕਿ ਕਿਸਾਨ ਸਾਰਾ ਸਮਝਦਾ ਤੇ ਕਿਸਾਨ ਸਮਝ ਗਿਆ, ਹਾਂ, ਇਹ ਬੜੀ ਡੂੰਗੀ ਗੱਲ ਹੈ। ਤੁਸੀਂ ਦੇਖੋ ਪਿਛਲੇ 6 ਮਹੀਨੇ ਸਰਕਾਰ ਆਪਾਂ ਨੂੰ ਪੂਰੇ ਦੇਸ਼ ਨੂੰ ਸਮਝਾਉਣ ਲੱਗੀ ਹੋਈ ਹੈ ਵੀ ਇਹਦਾ ਆਹ ਫਾਇਦਾ ਜੀ, ਇਹਦਾ ਆਹ ਫਾਇਦਾ ਜੀ, ਇਹ 'ਚ ਤੁਸੀਂ ਆਹ ਕੱਢ ਲਓਗੇ ਜੀ। ਉਹ 'ਚ ਕੋਈ ਇਹੀ ਜੀ ਗੱਲ ਨਹੀਂ ਨਵੀਂ ਜਿਹੜੀ ਕਿਸਾਨ ਆਲਰੇਡੀ ਫਾਇਦਾ ਨਹੀਂ ਚੱਕ ਰਿਹਾ। ਆਪਾਂ ਪਹਿਲਾਂ ਹੀ ਪ੍ਰਾਈਵੇਟ ਟ੍ਰੇਡ ਕਰ ਸਕਦੇ ਹਾਂ, ਬਿਲਕੁਲ ਪਹਿਲਾਂ ਹੀ ਜਾ ਕੇ ਵੇਚ ਸਕਦੇ ਹਾਂ। ਅਸਲ ਵਿੱਚ ਲਿਆਂਦੇ ਕਿਉਂ ਗਏ? ਫਿਰ ਕਿਹਨੂੰ ਫਾਇਦਾ ਦੇਣ ਨੂੰ ਲਿਆਂਦੇ? ਤੁਹਾਨੂੰ ਤਾਂ ਜਿਹੜੇ ਫਾਇਦੇ ਤੁਹਾਨੂੰ ਗਿਣਾਉਂਦੇ ਨੇ ਉਹ ਤਾਂ ਪਹਿਲਾਂ ਹੀ ਹੈ। ਬਿਲਕੁਲ ਓਪਨ ਮਾਰਕੀਟ ਦੋਨੋਂ ਮੰਡੀਆਂ ਹੈ, ਜਿੱਥੇ ਮਰਜ਼ੀ ਵੇਚਣ। ਬਿਲਕੁਲ ਇਹ ਬਸ ਇੰਨਾ ਸਰ, ਇੰਨਾ ਮੰਡੀ ਜਦੋਂ ਤੋੜਤੀ, ਜਦੋਂ ਮੰਡੀ ਟੁੱਟ ਗਈ ਤੇ ਵੇਖੋ ਜਦੋਂ ਆਪਣੇ ਕੋਲ ਓਪਰਚੁਨਿਟੀ ਨਾ ਰਹਿ ਗਈ ਕਿਤੇ ਵੇਚਣ ਨੂੰ, ਉਹਨਾਂ ਦਾ ਆਪਣੀ ਅੱਧੇ ਰੇਟ ਤੇ ਖਰੀਦਣੀ ਆਟੋਮੈਟਿਕਲੀ। ਮਿੱਤਰਾ ਮੈਂ ਤੈਨੂੰ ਸਾਰਾ ਸਮਝਾਉਂ, ਤੂੰ ਦੇਖੀ ਸਹੀ। ਅੱਜ ਮੈਂ ਇਹਨਾਂ ਦੇ ਪੋਤੜੇ ਖੋਲ ਦੇਣੇ, ਤੂੰ ਨਜ਼ਾਰਾ ਦੇਖੀ ਦਿੰਦੇ ਯਾਰ। ਇਹ ਗੱਲ ਕੀ ਆ ਗੱਲ ਜਿਹੜੀ ਕੀਤੀ ਹੈ ਨਾ ਮੁੰਡੇ ਨੇ, ਇਹਨੇ ਬੜੀ ਵਧੀਆ ਗੱਲ ਕਿ ਇਹ ਤੇ ਮਤਲਬ ਜਿਹੜੀਆਂ ਇਹ ਗੱਲਾਂ ਕਰ ਰਹੀ ਹੈ ਸਰਕਾਰ, ਜਿਹੜੀ ਇਹ ਲੋਲੀਪੌਪ ਦੇ ਰਹੇ ਰੈਪਰ ਵਾਲੇ, ਅੰਦਰ ਕੁਝ ਹੈ ਹੀ ਨਹੀਂ। ਬਿਲਕੁਲ ਜੀ। ਇਹ ਮਤਲਬ ਇਹ ਤੇ ਪਹਿਲਾਂ ਤੋਂ ਹੀ ਹੈ।
ਦੇਖੋ ਤੁਸੀਂ ਆਪਣੀ ਫਸਲ ਜਿੱਥੇ ਮਰਜ਼ੀ ਆ ਕੇ ਵੇਚ ਪਹਿਲਾਂ ਅਸੀਂ ਵੀ ਹੋ ਰਹੇ ਜੀ ਕਈ ਵਾਰ ਆਲੂ ਮਟਰ ਹੈ ਜੀ ਇੱਥੋਂ ਸਭ ਤੋਂ ਪਹਿਲਾਂ ਆਪ ਨੂੰ ਗੱਡੀਆਂ ਲੋਡ ਹੁੰਦੀਆਂ ਵਾ ਔਰ ਮੰਨ ਲਓ ਪੂਰੇ ਇੰਡੀਆ ਦੇ ਵੱਖੋ ਵੱਖ ਜਗ੍ਹਾ ਤੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ ਬਿਹਾਰ ਤੋਂ ਝੋਨਾ 800 ਨੂੰ ਅੱਗੇ ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ ਵੇਖੋ ਤੁਸੀਂ ਕਣਕ ਜਿਹੜੀ ਹੈ ਉਹ ਤੇ ਮੰਡੀ ਲਿਜਾਓਗੇ ਜੀਰੀ ਵੀ ਮੰਡੀ ਝੋਨਾ ਵੀ ਮੰਡੀ ਲਿਜਾਓਗੇ ਹਾਂਜੀ ਲੇਕਿਨ ਜਿਹੜੀ ਸਬਜ਼ੀ ਸੁਬਜੀ ਲਾਉਂਦਾ ਕੋਈ ਹਾਂਜੀ ਉਹ ਤੇ ਡਾਇਰੈਕਟ ਵੇਚ ਦਿੰਦਾ ਹੁਣ ਅੱਗੇ ਵੀ ਇਸ ਤਰ੍ਹਾਂ ਹੀ ਆ ਇਹਦਾ ਮੈਂ ਕੀ ਕਹਿਣਾ ਕਿ ਇਹਦਾ ਮਤਲਬ ਓਪਨ ਮਾਰਕੀਟ ਇਹ ਮੁੰਡਾ ਜਿਹਾ ਕਹਿ ਰਿਹਾ ਬਿਲਕੁਲ ਠੀਕ ਹੈ ਭਾਈ ਨਾਲੇ ਜੀਰੀ ਜਿਹੜੀ ਮੰਨ ਲਓ ਜੇ ਕਣਕ ਆ ਹੁਣ ਬਿਹਾਰ ਦੇ ਕਿਸਾਨ ਦੀ ਇੰਨੀ ਵਿਚਾਰੇ ਦੀ ਪਹੁੰਚ ਥੋੜੀ ਹੈਗੀ ਪੰਜਾਬ 'ਚ ਲਿਆ ਕੇ ਵੇਚ ਲੂਗਾ ਨਹੀਂ ਉਹ ਵਪਾਰੀ ਲਿਆ ਕੇ ਵੇਚਣ ਦੇ ਇਹਨਾਂ ਦੇ ਉੱਥੇ ਮੰਡੀਆਂ ਨਹੀਂ ਗਈਆਂ ਤੇ ਕਿਸਾਨ ਦੀ ਕੀ ਦੁਰਦਸ਼ਾ ਇਹ ਉਦਾਹਰਨ ਹੈ ਜਿਹੜਾ ਤੈਂ ਕਿਹਾ ਨਾ ਮਿੱਤਰਾ ਇਹੀ ਉਦਾਹਰਨ ਹੈ ਲੇਕਿਨ ਆਪਾਂ ਪੁਆਇੰਟ ਤੇ ਆਈਏ ਵੀ ਆਪਾਂ ਮਤਲਬ ਗੱਲ ਦੇਖਣੀ ਹੋਵੇ ਨਾ ਇਹ ਕਾਨੂੰਨ ਕਿਉਂ ਆਏ ਫਿਰ ਜਿਹੜਾ ਮੁੰਡੇ ਨੇ ਗੱਲ ਕੀਤੀ ਇਹਨੇ ਇਹ ਮੇਰਾ ਭਤੀਜਾ ਹੈ ਫਿਰ ਇਹ ਕਾਨੂੰਨ ਕਿਉਂ ਆਏ ਇਹ ਜੇ ਇਹ ਸਾਰਾ ਕੁਝ ਸੀਗਾ ਜੋ ਸਰਕਾਰ ਗੱਲਾਂ ਕਰ ਰਹੀ ਹੈ ਵੀ ਇਹ ਕੀ ਕਿਉਂ ਕਾਨੂੰਨ ਆਏ ਹੈ ਇਹਦਾ ਕਾਰਨ ਮੈਂ ਇਸ ਗੱਲ ਨੂੰ ਸਮਝਦਾ ਦੇਖੋ ਪਹਿਲਾਂ ਉਤਪਾਦਨ ਸੀਗਾ ਮੈਨੂਫੈਕਚਰਿੰਗ ਸੈਕਟਰ ਕਹਿੰਦੇ ਆ ਜਿਹਨੂੰ ਆਪਾਂ ਉਤਪਾਦਨ ਵਾਲਾ ਸੈਕਟਰ ਉਹ ਟਹਿ ਗਿਆ ਮੰਦੀ ਆਈ ਟਹਿ ਗਿਆ ਉਹ ਬਿਲਕੁਲ ਬੁਰੀ ਤਰ੍ਹਾਂ ਟਹਿ ਗਿਆ ਫਿਰ ਆਗਾ ਸਰਵਿਸ ਸੈਕਟਰ ਜਿਹੜੇ ਸਰਵਿਸ ਰੋਜ਼ ਪ੍ਰੋਵਾਈਡ ਕਰਦੇ ਆ ਕੋਈ ਟੈਕਸੀ ਕਰਦਾ ਕੋਈ ਹੋਟਲਾਂ ਵਾਲੇ ਕਰਦੇ ਆ ਕੋਈ ਕਰਦੇ ਉਹ ਵੀ ਟਹਿ ਗਿਆ ਇੱਕ ਖੇਤੀ ਦੇ ਝੰਡੇ 'ਚ ਡੱਲ ਬਿਲਕੁਲ ਜੀ ਇਹ ਖੇਤੀ ਵਾਲੇ ਸੈਕਟਰ ਦਾ ਕੰਟਰੋਲ ਇਹਨਾਂ ਦੋ ਲਾਡਲਿਆਂ ਨੂੰ ਬਲੂ ਆਈਡ ਬॉयਜ਼ ਅੰਬਾਨੀ ਤੇ ਅਡਾਨੀ ਨੂੰ ਦੇਣ ਖਾਤਰ ਇਹ ਕਾਨੂੰਨ ਲਿਆ ਬਿਲਕੁਲ ਜੀ ਕਿਉਂ ਵੀ ਮਿੱਤਰਾ ਠੀਕ ਕਹਿ ਰਿਹਾ ਮੈਂ 70-80 ਕਰੋੜ ਲੋਕਾਂ ਦੀ ਇਨਕਮ ਹੈ ਅਬ ਉਹ ਦੋ ਬੰਦੇ ਨੂੰ ਦੇਣ ਵਾਸਤੇ ਬਸ ਔਰ ਇਹ ਗੱਲ ਤਾਂ ਜਿਹੜੀ ਕਹੀ ਯਾਰ ਹੁਣ 70-80 ਕਰੋੜ ਜਿਹੜਾ ਕਿਸਾਨ ਮਤਲਬ ਤੂੰ 60% ਲਾ ਲਾ ਤੇ 70-80 ਕਰੋੜ ਹੀ ਹੋ ਗਿਆ ਹਾਂ ਉਹਦੇ ਉੱਤੇ ਵਰਚਸਵ ਉਹਦੇ ਉੱਤੇ ਰਾਜਨੀਤਿਕ ਹਕੂਮਤ ਇਹ ਕਿਸੇ ਦੋ ਬੰਦਿਆਂ ਦੀ ਕਿਉਂ ਹੋਵੇ ਬਈ ਇਸ ਕਰਕੇ ਉਹ ਖਤਾ ਖਾਦਾ ਉਹਨੇ ਆਪਦੇ ਹੱਥ 'ਚ ਹੀ ਝੰਡਾ ਚੱਕ ਲਿਆ ਨਹੀਂ ਉਹ ਸਾਰੇ ਵਾਸਤੇ ਲੜ ਰਹੇ ਆ ਹਾਂ ਬਿਲਕੁਲ ਸਾਰੇ ਸਾਰੇ ਲੜਾਈ ਲੜ ਰਹੇ ਔਰ ਉਹ ਸਾਰਿਆਂ ਦੀ ਲੜਾਈ ਲੜ ਜੋ ਤੁਸੀਂ ਕਿਹਾ ਉਹ ਸਾਰੇ ਲੜਾਈ ਲੜ ਰਿਹਾ ਉਹੀ ਹੈ ਅਸਲ ਕਿਸਾਨ ਸਮਝ ਕੇ ਜੇ ਕਿਸਾਨ ਜਿੱਤ ਗਿਆ ਜੇ ਕਿਸਾਨ ਇਹ ਲੜਾਈ ਜਿੱਤ ਗਿਆ ਤੇ ਆਪਾਂ ਇਹ ਡੀਟਰਸ਼ਿਪ ਦਾ ਨੱਕਾ ਮੋੜ ਸਕਦੇ ਆ ਆਪਾਂ ਵਾਪਸ ਲੋਕਪ੍ਰਿਆ ਨੀਤੀਆਂ ਵੱਲ ਮੋੜ ਸਕਦੇ ਆ ਤੇ ਇਹ ਐਡਾ ਵੱਡਾ ਮੋਹਰਾ ਹੈ ਇਹ ਆਪਣੀ ਡੈਮੋਕ੍ਰੇਸੀ ਬਚਾ ਸਕਦਾ ਬਸ ਇਹ ਲੋਕਤੰਤਰ ਬਚਾ ਸਕਦਾ ਮੋਹਰਾ ਇੱਕ ਹੋਰ ਛੱਡਤਾ ਸੰਵਿਧਾਨ ਬਚਾ ਸਕਦਾ ਹੈ ਔਰ ਲੋਕ ਪੱਖੀ ਜਿਹੜੀਆਂ ਨੀਤੀਆਂ ਉਹਨਾਂ ਨੂੰ ਬਚਾ ਸਕਦਾ ਇਹ ਬਿਲਕੁਲ ਠੀਕ ਗੱਲ ਕੀ ਹੁਣ ਆਪਾਂ ਅਸਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਹਾਂ ਬੇਟਾ ਇਹਦੇ ਵੱਲ ਨੂੰ ਵਧ ਰਹੇ ਨੇ ਜਿਵੇਂ 2018 ਚ FDI ਅਲਾਉ ਕੀਤੀ ਉਹਨਾਂ ਨੇ ਕਿ ਕਿਸੇ ਵੀ ਹੁਣ ਕਿਸਾਨੀ ਨੂੰ ਉੱਪਰ ਲੈਣਾ ਉਹਨਾਂ ਨੇ ਪਹਿਲਾਂ ਪੈਸਾ ਚਾਹੀਦਾ ਪਹਿਲਾਂ 2018 ਵਿੱਚ ਉਹਨਾਂ ਨੇ FDI ਲੈਂਦੀ ਰਿਟੇਲ ਚ ਜਿਹੜੀ ਸਰਕਾਰ ਜਿਹੜੇ ਲੋਕ ਇਹ ਪਹਿਲਾਂ ਬੋਲਦੇ ਸੀ ਕਿ 50% FDI ਨਹੀਂ ਹੋਣੀ ਚਾਹੀਦੀ ਜੀ ਜਦੋਂ ਇਹਨਾਂ ਨੂੰ FDI ਸਮਝਾਣਾ ਮੈਂ ਪਹਿਲਾਂ FDI ਪਤਾ ਕਿ ਇਹਨੂੰ ਨਹੀਂ ਆ ਤੇਰੀ ਓਏ ਛਾ ਗਿਆ ਮਿੱਤਰਾ ਮਲਾਹ ਤੁਰੇ ਜੋ ਵਸੇ ਅੱਜ ਮੈਂ ਬੜਾ ਕੁਝ ਹੁੰਦਾ ਯਾਰ ਇਹਦਾ ਫੋਰਨ ਡਿਵੈਲਪਮੈਂਟ ਮਤਲਬ ਇਹਦਾ ਮਤਲਬ ਇਹ ਹੈ ਜੋ ਮੁੰਡਾ ਗੱਲ ਕਰ ਰਿਹਾ ਇਹ ਬੰਦਾ ਜੂਸ ਕਲੱਬ ਦਾ ਪ੍ਰਧਾਨ ਆਈ ਸ਼ਾਬਾਸ਼ ਇਹੋ ਜਿਹੇ ਮੁੰਡੇ ਚਾਹੀਦੇ ਆ ਯਾਰ ਇਹ ਲੀਡਰ ਬਣਾ ਕੇ ਇਹੋ ਜਿਹੇ ਮੁੰਡੇ ਲੀਡਰ ਬਣਾਉਣੇ ਚਾਹੀਦੇ ਦੇਖੋ ਗੱਲ ਸਮਝੋ ਇਹ ਗੱਲ ਜਿਹੜੀ ਕਹੀ ਆ ਗੱਲ ਦੇਖੋ ਕਿੰਨੀ ਵਧੀਆ ਗੱਲ ਫੋਰਨ ਡਾਇਰੈਕਟ ਇਨਵੈਸਟਮੈਂਟ ਇਹਦਾ ਮਤਲਬ ਕੀ ਹੈ ਜਿਹੜਾ ਮੁੰਡਾ ਇਹਨੇ ਗੱਲ ਕੀਤੀ ਹੈ ਫੋਰਨ ਡਾਇਰੈਕਟ ਮੈਨੂੰ ਬਾਹਰੋਂ ਜਿਹੜਾ ਪੈਸਾ ਹੈ ਵਿਦੇਸ਼ੀ ਕੰਪਨੀਆਂ ਜਿਹੜੀਆਂ ਨੇ ਉਹ ਆ ਕੇ ਇੱਥੇ ਕੁਝ ਵੀ ਖਰੀਦ ਸਕਦੀਆਂ ਇਹ ਫੋਰਨ ਡਾਇਰੈਕਟ ਇਨਵੈਸਟਮੈਂਟ ਇਹ ਅੱਗੇ ਚੱਲ ਕਾਕਾ 2018 ਚ ਪਹਿਲਾਂ ਕਾਨੂੰਨ ਆਇਆ ਕਿ ਅਸੀਂ ਇਹ 100% ਲਾਅ ਕਰ ਦਾਂਗੇ ਜਦੋਂ ਇਹ ਆਪੋਜੀਸ਼ਨ ਸੀ ਉਦੋਂ ਕਹਿੰਦੇ ਸੀ 50% ਗਲਤ ਹੈ ਜੀ ਗਰੀਬ ਬੰਦਾ ਮਰ ਜਾਊਗਾ ਜੀ ਦੁਕਾਨਦਾਰ ਮਰ ਜਾਣਗੇ ਸਭ ਮਰ ਜਾਣਗੇ ਮੈਨੂੰ ਯਾਦ ਹੈ ਟਵੀਟ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਬਈ ਜੀ ਦੇਖੋ ਉਦੋਂ ਇਹ ਆਪੋਜੀਸ਼ਨ ਚ ਹੁੰਦੇ ਸੀ ਇਹਨੇ ਕਿਹਾ ਸੀਗਾ ਬਈ ਭਾਈ ਇਹ ਜੇ ਤੁਸੀਂ ਡਾਇਰੈਕਟ ਇਨਵੈਸਟਮੈਂਟ ਲਿਆਓ ਤੁਸੀਂ ਵਿਦੇਸ਼ੀਆਂ ਦੇ ਹੱਥ 'ਚ ਦੇ ਦਿਓ ਹਿੰਦੁਸਤਾਨ ਵਿਦੇਸ਼ੀਆਂ ਦੇ ਹੱਥ ਦੇ ਵਿੱਚ ਦੇ ਦੇਣਗੇ ਇਹੀ ਸਟੇਟਮੈਂਟ ਆਈ ਸੀ ਨਾ ਔਰ ਇਹਨੇ ਕਿਹਾ ਵੀ ਰੋਜ਼ਗਾਰ ਨਹੀਂ ਰਹਿਣਾ ਬਿਲਕੁਲ ਵੀ ਰੋਜ਼ਗਾਰ ਨਹੀਂ ਹੁਣ 100% ਕਰਤੀ ਇਹਨੇ ਇਹ ਸੁਸ਼ਮਾ ਰਾਜ ਨੇ ਡਟ ਕੇ ਮੁਕਾਬਲਾ ਕੀਤਾ ਇਹਦਾ ਪਰ ਜਦੋਂ ਆਪ ਸਰਕਾਰ 'ਚ ਆਏ ਹੁਣ ਦੇਖੋ ਹੁਣੇ ਆਪ ਸਰਕਾਰ 'ਚ ਜਦੋਂ ਆਏ 2018 'ਚ ਉਹ ਚੀਜ਼ ਲਾਓ ਉਹਨੂੰ 100% ਕਰਤਾ ਵੀ ਆਓ ਔਰ ਇਹ ਕਿਉਂ ਕੀਤਾ ਇਹ ਵੀ ਕਾਕਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਕਿਉਂ ਕੀਤਾ ਤੂੰ ਦੱਸੀ ਮੈਨੂੰ ਐਗਰੀ ਕਰਦਾ ਇਹ ਇਸ ਕਰਕੇ ਕੀਤਾ ਵੀ ਇਹਨਾਂ ਨੇ ਅੰਬਾਨੀ ਨੂੰ ਪੈਸੇ ਦੇਣੇ ਸੀ ਆਪਦੇ ਜਿਹੜੇ ਲਾਡਲੇ ਉਹਨਾਂ ਨੂੰ ਪੈਸੇ ਇੱਥੇ ਅੰਦਰ ਲਿਆ ਕੇ ਇਹਨੂੰ ਪੈਸਿਆਂ ਦੀ ਉਹ ਗੱਠੜੀ ਦੇਣੀ ਕਿਉਂ ਗੱਲ ਠੀਕ ਹੈ ਕਿ ਨਹੀਂ ਠੀਕ ਹੈ ਉਦੋਂ ਬਾਅਦ ਇਹ ਜਿਹੜੀ ਤੂੰ ਗੱਲ ਕੀਤੀ ਹੈ ਉਦੋਂ ਬਾਅਦ ਇਹਨਾਂ ਨੇ ਨੈਕਸਟ ਉਹਦਾ ਜਿਹੜਾ ਆਪਦਾ ਇਹ ਸੋਚੀ ਸਮਝੀ ਸਾਜ਼ਿਸ਼ ਹੈ ਬਾਈ ਜੀ ਇਹ ਗੱਲ ਨੂੰ ਸਮਝੋ ਸੋਚੀ ਸਮਝੀ ਸਾਜ਼ਿਸ਼ ਹੈ ਵੀ ਕਿੱਦਾਂ
ਇਹ ਸਾਰੇ ਦੇਸ਼ ਦਾ ਕੰਟਰੋਲ ਜਿਹੜਾ ਹੈਗਾ ਉਹ ਦੋ ਪੂੰਜੀਪਤੀਆਂ ਦੇ ਹੱਥ ਦੇਣਾ। ਸਮਝੋ, ਜਦੋਂ ਪੈਸਾ ਮੰਗਾ ਲਿਆ ਉਹਦੇ ਚ 2018 ਚ ਕੀਤਾ ਨਾ 2018 ਚ FDI ਅਲਾਉ ਕੀਤੀ, ਹਾਂ। 2019 ਚ ਫਿਰ ਈ-ਕਮਰਸ ਈ-ਕਮਰਸ ਦੇ ਰੂਲ ਚ ਪਾਲਿਸੀ ਪੁਚਿੰਗ ਕਰਤੀ। ਮੈਂ ਉਹੀ ਤੁਹਾਨੂੰ ਕਹਿਣਾ, ਈ-ਕਮਰਸ ਕੀ ਹੈ ਵੀ ਇਹਨਾਂ ਨੇ ਪਾਲਿਸੀ ਚੇਂਜ ਕਰਨੀ। ਪਾਲਿਸੀ ਕਾਹਦੀ ਚੇਂਜ ਕੀਤੀ ਉਹ ਵੀ ਸਮਝਾ ਜਰਾ ਕੀ ਹੈ। ਪਹਿਲਾਂ ਕੀ ਸੀਗਾ ਕਿ ਤੁਸੀਂ ਜੋ ਰਿਟੇਲ ਕਰਦੇ ਹੋ, ਜੋ ਸਮਾਨ ਵੇਚਦੇ ਹੋ, ਰਿਟੇਲ ਮਤਲਬ ਪਰਚੂਨ ਸਮਝਾਇਆ ਕਰ ਨਾ ਐਂ ਤੂੰ। ਜੋ ਤੁਸੀਂ ਪਰਚੂਨ ਦਾ ਸਮਾਨ ਵੇਚਦੇ ਹੋ, ਕੋਈ ਤੁਹਾਨੂੰ ਸਾਰਾ ਪਤਾ ਪਹਿਲਾਂ ਤੋਂ ਹੀ। ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਤੇ ਲਿਮਿਟਾਂ ਲੱਗੀਆਂ ਸੀਗੀਆਂ ਕਿ ਉਹ ਕਿਸ ਤਰ੍ਹਾਂ ਟ੍ਰੇਡ ਕਰ ਸਕਦੇ, ਕਿਸ ਤਰ੍ਹਾਂ ਨਹੀਂ ਕਰ ਸਕਦੇ। ਜਿਹੜੀਆਂ ਚੀਜ਼ਾਂ ਨੂੰ ਇਹ ਰਿਫਾਰਮ ਰੂਪ ਚ ਲੈ ਕੇ ਆਏ ਵੀ ਨਹੀਂ, ਇਹ ਕੋਈ ਵੀ ਕੰਪਨੀ 25% ਤੋਂ ਜ਼ਿਆਦਾ ਨਹੀਂ ਵੇਚ ਸਕਦੀ ਜੀ, 75% ਇਨਵੈਂਟਰੀ ਬਾਹਰ ਰਹੇਗੀ ਕਿਸੇ ਵੈਂਡਰ ਦੀ, ਜਾਂ ਕੋਈ ਵੀ ਕੰਪਨੀ ਡੀਪ ਡਿਸਕਾਊਂਟ ਨਹੀਂ ਦੇ ਸਕਦੀ, ਜ਼ਿਆਦਾ ਡਿਸਕਾਊਂਟ ਨਹੀਂ ਦੇ ਸਕਦੀ। ਉਹ ਲੱਗਦੇ ਐ ਨੇ ਵੀ ਰਿਫਾਰਮ ਨੇ ਲੋਕਾਂ ਦੇ ਪ੍ਰਤੀ, ਮਗਰ ਉਹ ਇਹਨਾਂ ਨੇ ਮੋਰੀ ਖੋਲੀ ਰੱਖੀ ਹੋਈ ਸੀਗੀ ਕਿ ਰਿਲਾਇੰਸ ਸਿੱਧਾ ਉਹ ਚ ਵੜ ਕੇ ਟੇਵਰ ਕਰ ਸਕੇ। ਆ ਲੋਕਡਾਊਨ ਟਾਈਮ ਰਿਲਾਇੰਸ ਨੇ ਆਪਣਾ ਰਿਲਾਇੰਸ ਰਿਟੇਲ ਖੋਲਤਾ। ਉਧਰੋਂ ਰਿਲਾਇੰਸ ਕੋਲੇ ਜਿਹੜਾ ਜੀਓ ਦੇ ਪਹਿਲਾਂ ਹੀ ਡਾਟਾ ਸੀਗਾ, ਉਹਦੇ ਨਾਲ ਫੇਸਬੁੱਕ ਤੇ WhatsApp ਦਾ ਜੁੜ ਗਿਆ, ਕਿਉਂਕਿ ਫੇਸਬੁੱਕ ਤੇ WhatsApp ਜੋ ਦੇਖਿਆ ਕਿ FDI ਵੀ ਇਹਨਾਂ ਦੇ ਹੱਕ ਚ ਆ ਗਈ, ਈ-ਕਮਰਸ ਵੀ ਇਹਨਾਂ ਦੇ ਹੱਕ ਚ ਆ ਗਈ। ਉਹਨਾਂ ਨੇ ਖੇਤੀ ਕਾਨੂੰਨ ਇੱਧਰ ਆਉਣ ਲੱਗੇ, ਉਹਨਾਂ ਨੇ ਉਧਰੋਂ ਲਿਆ ਕੇ ਇਹਨਾਂ 'ਚ ਇੰਨਾ ਪੈਸਾ ਪਾਤਾ ਰਿਲਾਇੰਸ ਦੇ ਵਿੱਚ ਕਿ ਪਿਛਲੇ 6 ਮਹੀਨਿਆਂ 'ਚੋਂ 1,70,000 ਕਰੋੜ ਦਾ ਮੁਨਾਫਾ ਕਰਕੇ ਜੋ ਪੂਰੇ ਦੁਨੀਆ 'ਚ ਮੰਦੀ ਸੀਗੀ, ਤੇ ਫੇਸਬੁੱਕ, ਜੀਓ ਤੇ WhatsApp ਨੇ ਆਪਣਾ ਨੈਟਵਰਕ ਡਾਟਾ ਇਕੱਠਾ ਕਰ ਲਿਆ ਜੋ 100 ਕਰੋੜ ਬੰਦੇ ਦਾ ਡਾਟਾ ਹੈ। ਹੁਣ ਉਹ 100 ਕਰੋੜ ਬੰਦੇ ਦਾ ਡਾਟਾ ਇਕੱਠਾ ਕਰਕੇ ਤੁਹਾਨੂੰ ਸਿੱਧਾ WhatsApp ਥਰੂ ਵੇਚ ਸਕਦੇ ਨੇ। ਰਿਟੇਲ ਮਾਰਕੀਟ ਟੇਕ ਓਵਰ ਕਰ ਲਈ। ਮੁੰਡਾ ਕੀ ਗੱਲ ਕਰ ਰਿਹਾ, ਇੱਕ ਇਹਨਾਂ ਨੇ ਇਹ ਵੀ ਵਰਚਸਪ ਬਣਾਉਣਾ ਸੀਗਾ ਵੀ ਦੋ ਵੱਡੇ ਐਮਾਜ਼ਨ ਨਹੀਂ ਹੁੰਦਾ ਜਿਵੇਂ ਐਮਾਜ਼ਨ ਤੇ ਇੱਕ ਫਲਿੱਪਕਾਰਟ ਇਹ 90% ਮਾਰਕੀਟ ਕੰਟਰੋਲ ਕਰਦੇ ਸੀ, 90% ਮਾਰਕੀਟ। ਅੱਛਾ, ਹੁਣ ਜਿਹੜੀ ਉਹ ਆਨਲਾਈਨ ਮਾਰਕੀਟ ਹੈ ਉਹ ਵੱਧ ਰਹੀ ਸੀ। ਇਹਨਾਂ ਨੇ ਆਨਲਾਈਨ ਮਾਰਕੀਟ ਦਾ ਜਿਹੜਾ ਬਾਗਡੋਰ ਹੈ ਉਹ ਅੰਬਾਨੀ ਨੂੰ ਦੇਣੀ ਸੀ। ਇਸ ਕਰਕੇ ਇਹਨਾਂ ਨੇ ਪੂਰੀਆਂ ਨੀਤੀਆਂ ਜਿਹੜੀਆਂ ਨੇ ਉਹ ਇਹਨਾਂ ਨੇ ਪੂਰੀਆਂ ਐ ਮਰੋੜੀਆਂ। ਕਿੱਦਾਂ? ਜਿਹੜੀ ਇਹਨੇ ਗੱਲ ਕਹੀ ਕਿ ਤੁਸੀਂ ਡਿਸਕਾਊਂਟ ਨਹੀਂ ਦੇ ਸਕਦੇ। ਹੁਣ ਇਹਦੇ ਨੁਕਸਾਨ ਕਿਹਦਾ ਹੋਇਆ? ਜਿਹੜਾ ਖਰੀਦਦਾਰ ਹੈ ਉਹਦਾ ਨੁਕਸਾਨ ਹੋਇਆ ਨਾ, ਜਦੋਂ ਡਿਸਕਾਊਂਟ ਹੀ ਨਹੀਂ ਮਿਲਣਾ ਉਹਨੂੰ ਤੇ ਉਹਦਾ ਨੁਕਸਾਨ ਹੋਇਆ। ਫਿਰ ਇਹਨਾਂ ਨੇ ਇਹ ਕਿਹਾ ਵੀ ਤੁਸੀਂ ਪਹਿਲਾਂ ਇਹ ਹੁੰਦਾ ਸੀਗਾ ਐਕਸਕਲੂਸਿਵ ਡੀਲ ਕਰਦੇ ਹੁੰਦੇ। ਐਕਸਕਲੂਸਿਵ ਡੀਲ ਦਾ ਮਤਲਬ ਇਹ ਹੈ ਕਿ ਐਪਲ ਜਿਹੜੀ ਆ ਫੋਨ ਵਾਲੀ ਕੰਪਨੀ ਹੈ ਉਹ ਆਪਣਾ ਮਾਲ ਸਿਰਫ ਐਮਾਜ਼ਨ ਨੂੰ ਦੇ ਸਕਦੀ ਹੈ ਜਾਂ ਫਲਿੱਪਕਾਰਟ ਨੂੰ ਦੇ ਸਕਦੀ। ਇਹਨਾਂ ਨੇ ਕਿਹਾ ਜੀ ਤੁਸੀਂ 25% ਹੀ ਦੇ ਸਕਦੇ ਹੋ ਬਸ, ਜਿਹੜਾ 75% ਬਾਕੀ ਰਹੂਗਾ ਤਾਂ ਹੀ ਅੰਬਾਨੀ ਅੰਦਰ ਆਊ। ਗੱਲ ਸਮਝਿਆ ਨਾ? ਹੁਣ ਸਮਝੋਗੇ ਨਾ? ਦੇਖ ਬਿਲਕੁਲ ਦੀ ਆਵਾਜ਼ ਹੈ, ਮੈਂ ਫਿਰ ਖੁਸ਼ ਹੋ ਜਾਂਦਾ ਵੀ ਹਾਂ ਸਰ ਗੱਲ ਸਮਝ ਆਈ। ਉਹ ਫਿਰ ਤਾਂ ਹੀ ਅੰਬਾਨੀ ਵਿੱਚ ਆਊ। ਜਦੋਂ ਇਹਨਾਂ ਨੇ ਪਹਿਲਾਂ ਪੈਸਾ ਲਿਆਂਦਾ ਦੇਸ਼ 'ਚ FDI ਦੇ ਰਾਹੀਂ, ਠੀਕ ਹੈ, ਉਦੋਂ ਬਾਅਦ ਇਹਨਾਂ ਨੇ ਆਹ ਈ-ਕਮਰਸ ਦੇ ਰੂਲਾਂ ਦਾ ਉਹ ਕੀਤਾ। ਤੀਜੀ ਚੀਜ਼ ਵੀ ਹੁਣ ਸਪਲਾਈ ਕਿੱਥੋਂ ਆਉਣੀ? ਸਪਲਾਈ ਦਾ ਕੰਟਰੋਲ ਵੀ ਤਾਂ ਦੇਣਾ ਹੈ। ਉਹ ਤੁਹਾਡੇ ਕਾਨੂੰਨਾਂ ਦੇ ਨਾਲ ਕਿਉਂ ਵੀ ਮੈਂ ਠੀਕ ਹੈ ਨਾ? ਮੈਨੂਫੈਕਚਰਿੰਗ ਤੇ ਸਰਵਿਸ ਤਾਂ ਪਹਿਲੇ ਉਹਨਾਂ ਦਾ ਸੱਚ ਹੈ। ਹੁਣ ਜਿਹੜਾ ਖੇਤੀ ਹੈ, ਖੇਤੀ ਕਿੱਤੇ ਚੋਂ ਜਿਹੜਾ ਅੰਨ ਨਿਕਲਦਾ ਹੈ ਉਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਹਰ ਰੋਜ਼ ਚਾਹੀਦਾ ਹੈ, ਐਵਰਗ੍ਰੀਨ ਹੈ। ਉਹ ਤੇ ਕਬਜ਼ਾ ਕਰਨ ਵਾਸਤੇ ਇੱਕ ਤਿੰਨ ਖੇਤੀ ਕਾਨੂੰਨ ਲਿਆਂਦੇ ਕਿ ਹੁਣ ਉਹ ਵੀ ਇਹਨਾਂ ਦੇ ਹੱਥ ਫੜਾ ਦਈਏ ਕਿ ਸਪਲਾਈ ਤਾਂ ਹੀ ਬਣੂ ਨਾ, ਵੇਚਣਾ ਕੀ ਹੈ। ਬਸ ਆ ਗੱਲ। ਹੁਣ ਤੁਸੀਂ ਦੇਖੋ ਮੰਦੀ 'ਚ ਸਾਰੇ ਪਾਸੇ ਘੱਟ ਹੈ। ਮਤਲਬ ਤੂੰ ਦੇਖੋ ਜਿਹੜੀ ਆ ਕੋਵਿਡ ਚੱਲਦੀ ਆ ਇਹ, ਅਰੇ ਸਾਡੇ ਸੂਬੇ ਨੂੰ ਕਿੰਨਾ ਘਾਟਾ ਪੈ ਗਿਆ, ਮਤਲਬ ਬੁਰੇ ਹਾਲ ਹੋ ਗਏ। ਸੂਬੇ ਨੂੰ ਘਾਟਾ ਪੈ ਗਿਆ, ਹਰ ਬੰਦਾ ਘਾਟੇ ਦੇ ਵਿੱਚ ਜਾ ਰਿਹਾ, ਮਤਲਬ ਮਾਲ ਕੱਚਾ ਆਉਂਦਾ ਨਹੀਂ, ਕੱਚਾ ਜਾਂਦਾ ਨਹੀਂ, ਕੁਝ ਹੁੰਦਾ ਨਹੀਂ, ਠੀਕ ਹੈ ਜੀ, ਘਾਟੇ 'ਚ ਪੈ ਗਿਆ। ਇਸ ਘਾਟੇ ਦੇ ਦੌਰ 'ਚ ਇਹਨਾਂ 6 ਮਹੀਨਿਆਂ ਦੇ ਵਿੱਚ ਜਿੱਦਣ ਇਹ ਫਾਰਮ ਲਾਅ ਆਏ, ਇਹ 3 ਕਾਨੂੰਨ ਕਾਲੇ ਆਏ, ਉਸ ਦਿਨ ਤੋਂ ਲੈ ਕੇ 6 ਮਹੀਨਿਆਂ ਚ ਅੰਬਾਨੀ ਦੀ ਦੌਲਤ 23 ਬਿਲੀਅਨ, 1 ਬਿਲੀਅਨ ਹੁੰਦਾ 100 ਕਰੋੜ, 23 ਬਿਲੀਅਨ US ਡਾਲਰ, 1,68,000 ਕਰੋੜ ਵੱਧ ਗਈ 6 ਮਹੀਨਿਆਂ 'ਚ। ਲੱਖ ਲਾਹਨਤ ਹੈ ਮੈਂ ਕਹਿੰਦਾ ਨਾ। ਦੇਖੋ ਤੁਸੀਂ ਦੇਖੋ ਕਿ ਇੱਕ ਪੂਰੀ ਸਕੀਮ ਸੋਚੀ ਸਮਝੀ ਸਕੀਮ, ਇੱਕ ਪਲਾਟ ਹੈ, ਇੱਕ ਸਾਜ਼ਿਸ਼ ਹੈ ਵੀ ਇਹ ਐਦਾਂ ਹਵਾਲੇ ਕਰਨਾ ਇਹਨਾਂ ਦੇ। ਹੁਣ ਤੁਸੀਂ ਦੇਖੋ ਵੀ ਸਾਰੇ ਜਦੋਂ ਮੰਦੀ ਚੱਲ ਰਹੀ ਹੈ ਤੇ ਇਹਨਾਂ ਦੀ ਦੌਲਤ ਐਡੀ ਵੱਧ ਗਈ, ਅਡਾਨੀ ਦੀ 61% ਵੱਧ ਗਈ, ਇਹਦੀ 100% ਵੱਧ ਗਈ, ਸਮਝਿਓ। ਹੁਣ ਇਹ ਲਿਆ ਕੇ ਖੇਤੀ ਦਾ ਸਾਰੀ ਬਾਗਡੋਰ ਇਹਨਾਂ ਦੋ ਬੰਦਿਆਂ ਦੇ ਹੱਥ 'ਚ ਦੇਣਾ ਚਾਹੁੰਦੇ। ਹੁਣ ਇਹਦੇ ਕਾਰਨ ਕੀ ਨੇ ਕਾਕਾ, ਉਹ ਵੀ ਤਾਂ ਦੱਸ ਥੋੜਾ ਪਤਾ। ਅਰੇ ਚਾਨਣ ਪਾਈ ਦੇ ਫਿਰ ਮਿੱਤਰਾ। ਵਾਹ ਦੱਸੋ। ਮੈਂ ਤਾਂ ਬੈਟਰ ਸਮਝਦੇ ਨੇ, ਪਰ ਆਪਾਂ ਜਦੋਂ ਆਪਾਂ ਇਹ ਚਰਚਾ, ਹੁਣ ਆਪਾਂ ਜਿਹੜੇ 3 ਕਾਨੂੰਨ ਨੇ, ਇਹ ਤਿੰਨੋਂ ਕਾਨੂੰਨ ਜੁੜੇ ਹੋਏ ਨੇ। ਤੁਸੀਂ ਸਾਰੇ ਸਮਝਦੇ ਹੋ ਤਿੰਨੋਂ ਕਾਨੂੰਨ 3 ਅਲੱਗ-ਅਲੱਗ ਹਿੱਸੇ ਦੇਖਦੇ ਨੇ। ਪਹਿਲਾ ਕੰਟਰੈਕਟ ਫਾਰਮਿੰਗ, ਤੁਹਾਡੇ ਖੇਤ ਤੇ ਛੋਟੇ ਕਿਸਾਨਾਂ ਨੂੰ ਜੋੜ ਕੇ ਵੱਡਾ ਫਾਰਮ ਬਣਾਉਣ ਵਾਸਤੇ। ਤੁਹਾਨੂੰ ਬੀਜ ਕਿਹੜੇ ਲਾਣੇ ਨੇ, ਤੁਸੀਂ ਫਰਟੀਲਾਈਜ਼ਰ ਕਿਹੜਾ ਪਾਣਾ ਹੈ, ਫਾਰਮ ਸਰਵਿਸਿਜ਼ ਵੀ ਉਹ ਦੇਣਗੇ, ਤੁਹਾਡਾ ਫਸਲ ਬੀਮਾ ਵੀ ਉਹੀ ਕਰਨਗੇ, ਠੀਕ ਹੈ। ਤੁਹਾਨੂੰ ਗੱਲ ਸੁਣੋ ਯਾਰ, ਤੁਸੀਂ ਉਹਨਾਂ ਤੋਂ ਜਿਹੜੇ ਪੈਸੇ ਲੈਣੇ ਹੋ,
ਉਹ ਥੋੜੀਆਂ ਫਰਦਾਂ 'ਚ ਐਂਟਰ ਹੋਣਗੇ। ਬੇਸਿਕਲੀ ਇੱਕ ਤਰ੍ਹਾਂ ਨਾਲ ਜਿਹੜਾ 50-60 ਕਰੋੜ ਲੋਕ ਨੇ ਇਸ ਦੇਸ਼ ਦੀ ਆਬਾਦੀ ਹੈ, ਉਹਦੀ ਜਿਹੜੀ ਇਹ ਕਿਸਾਨੀ ਕਿੱਤਾ ਹੈ ਉਹਨੂੰ 2 ਲੋਕਾਂ ਦੇ ਹੱਥ 'ਚ ਦੇਣ ਵਾਸਤੇ ਇਹ ਕੰਟਰੈਕਟ ਫਾਰਮਿੰਗ ਆਈ ਹੈ। ਕੰਟਰੈਕਟ ਫਾਰਮਿੰਗ ਸਾਰੇ ਹੱਕ ਉਹਨਾਂ ਕੋਲ ਨੇ। ਉਹ ਕੰਟਰੈਕਟ ਕਦੇ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਵੀ ਆਹ ਬੀਜ ਨਹੀਂ ਲਾਣਾ ਜਾਂ ਨਹੀਂ ਉਗਾਣਾ, ਉਹ ਸੈਕਸ਼ਨ 11 ਵਿੱਚ ਕਦੇ ਵੀ ਉਹ ਕਾਨੂੰਨ ਤੁਹਾਡੇ ਨਾਲ ਕੰਟਰੈਕਟ ਰੱਦ ਕਰ ਸਕਦੇ ਨੇ, ਪਰ ਤੁਸੀਂ ਨਹੀਂ ਕਰ ਸਕਦੇ। ਇਹਦੇ 'ਚ ਇਹ ਗੱਲ ਪੱਕੀ ਹੈ, ਬਹੁਤ ਸਿਆਣੀ ਗੱਲ ਕੀਤੀ ਮੁੰਡੇ ਨੇ। ਵੇਖੋ ਜੇ ਤੇ ਉਹਨੇ ਥੋਤੋਂ ਪੈਸੇ ਲੈਣੇ ਆ, ਉਹਨੇ ਤੇ ਤੁਹਾਡੇ ਜ਼ਮੀਨੀ ਮਾਲੀ ਇਹਦੇ ਨਾਲ ਜਾਣਗੇ, ਉਹ ਫਰਦ ਦੇ ਉੱਤੇ ਆ ਜੀ ਪਟਾਕ ਦੇਣੇ। ਤੇ ਜੇ ਕਿਸਾਨ ਨੇ ਉਹ ਤੋਂ ਕੋਈ ਪੈਸਾ ਲੈਣਾ ਤੇ ਇਸ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਮੈਕੈਨਿਜ਼ਮ ਇਹੋ ਜਿਹਾ ਨਹੀਂ ਵੀ ਕਿਸਾਨ ਉਹ ਤੋਂ ਪੈਸੇ ਲੈ ਸਕਦਾ। ਕਾਨੂੰਨ ਇਹ ਕਹਿੰਦਾ ਵੀ ਤੁਸੀਂ ਕਚਹਿਰੀ ਨਹੀਂ ਜਾ ਸਕਦੇ। ਮਤਲਬ ਹੱਥ ਬੰਨ੍ਹ ਤੇ ਇੱਕ ਬੰਦੇ ਦੇ ਹੱਥ ਬੰਨ੍ਹ ਤੇ ਦੂਜੇ ਨੂੰ ਕਹਿੰਦੇ ਕੁੱਟ। ਵੇਖੋ ਤੁਸੀਂ ਮਤਲਬ ਕਿ ਇਹਨਾਂ ਦੀ ਮਤਲਬ ਕਿਸ ਹੱਦ ਤੱਕ ਗਿਰ ਗਏ ਲੋਕ। ਇਹਨਾਂ ਨੇ ਮਤਲਬ ਇੱਕ ਅਡੰਬਰ ਬਣਾ ਲਿਆ, ਇੱਕ ਮਾਸਕ ਮਖੌਟਾ ਬਣਾ ਲਿਆ ਬਈ ਭਾਈ ਰਿਫਾਰਮ ਦੀ ਆੜ ਦੇ ਵਿੱਚ ਦੇਸ਼ ਹਵਾਲੇ ਕਰਨਾ ਇਹਨਾਂ ਦੋਹਾਂ। ਤੁਸੀਂ ਸੋਚ ਕੇ ਵੇਖੋ ਕਿ ਕਿੱਡੀ ਵੱਡੀ ਸਾਜ਼ਿਸ਼। ਕਿਉਂ ਕਾਕਾ? ਜਿਹੜਾ ਤੁਸੀਂ ਮੈਨੂੰ ਕੱਲ ਦੱਸ ਰਹੇ ਸੀਗੇ ਕਿ APMC ਜਿਹੜਾ ਹੁਣ ਦੂਸਰਾ ਕਾਨੂੰਨ ਹੈ, APMC ਮੰਡੀ ਦੀ ਅਮੈਂਡਮੈਂਟ ਹੈ, ਉਹ 'ਚ ਫੈਡਰਲ ਸਟਰਕਚਰ ਦਾ ਅਟੈਕ ਕਿਵੇਂ ਕੀਤਾ ਤੇ ਜਿਹੜਾ ਸੂਬੇ ਦਾ ਰੈਵਨਿਊ ਆਉਂਦਾ ਸੀਗਾ। ਹਾਂ ਆ ਜਿਹੜੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਬਿਲਕੁਲ ਬੜੀ ਵਧੀਆ ਗੱਲ ਯਾਦ ਕਰੀ। ਉਹਨੂੰ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ ਇਹ ਮਤਲਬ ਇਹਨਾਂ ਦੀ ਪੂਰੀ ਅਸਲੀ ਗੇਮ ਕੀ ਹੈ ਉਹ ਸਮਝੋ। ਜਿਵੇਂ ਸ਼ਤਰੰਜ ਦੀ ਚਾਲ ਹੁੰਦੀ ਨਾ, ਢਾਈਆ ਚੱਲਦੇ ਐਂ ਕਰਕੇ ਖੜਕ ਦੇਣੇ, ਸਾਨੂੰ ਪਤਾ ਹੀ ਨਹੀਂ ਲੱਗਦਾ। ਵੇਖੋ ਇਹ ਕਹਿੰਦੇ ਆ ਜੀ ਵੀ ਵਿਚੋਲੀਏ ਆ ਗਏ, ਅਸੀਂ ਵਿਚੋਲੀਏ ਦੂਰ ਕਰ ਰਹੇ। ਇਹਨਾਂ ਨੂੰ ਇਹ ਪੁੱਛੇ ਵੀ ਭਾਈ ਕਿਸਾਨ ਤੋਂ ਜਦੋਂ ਉਹ ਮੰਡੀ ਦੇ ਵਿੱਚ ਜਾ ਕੇ ਜੀਰੀ ਦਿੰਦਾ ਜਾਂ ਕਣਕ ਦਿੰਦਾ ਕਿ ਜੇ ਫਾਰਮ, ਕਿਸੇ ਨੂੰ ਜੇ ਫਾਰਮ ਦਾ ਪਤਾ? ਸਾਰਿਆਂ ਨੂੰ ਪਤਾ ਹੈ, ਜਿਹੜਾ ਬੰਦਾ ਉੱਥੇ ਜੀਰੀ ਦਿੰਦੇ ਜਦੋਂ ਰੋਟੀ ਚੱਲਦੀ ਹੈ, ਜੇ ਫਾਰਮ ਨਾਲ ਤਾਂ ਰੋਟੀ ਚੱਲਦੀ ਹੈ। ਬਿਲਕੁਲ ਠੀਕ ਗੱਲ। ਉਹ ਜਦੋਂ ਜੇ ਫਾਰਮ ਦਿੰਦਾ ਹੈ ਉਹ ਕੋਈ ਟੈਕਸ ਥੋੜਾ ਦਿੰਦਾ, ਉੱਥੇ ਕਿਸਾਨ ਥੋੜਾ ਟੈਕਸ ਦਿੰਦਾ। ਉਹ ਤੇ ਸਰਕਾਰ ਸੈਂਟਰ ਦੀ ਦਿੰਦੀ ਹੈ, FCI ਦਿੰਦੀ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਦਿੰਦੀ ਹੈ। ਉਹ ਦਿੰਦੀ ਹੈ 8.5%, 2.5% ਦਿੰਦੀ ਆੜਤੀਏ ਵੀਰਾਂ ਨੂੰ, 2.5% ਆੜਤੀਏ ਵੀਰਾਂ ਨੂੰ ਦਿੰਦੀ ਹੈ, ਤੇ ਫਿਰ RDF ਦਿੰਦੀ ਹੈ, ਤੇ ਬਾਕੀ ਸਰਕਾਰ ਨੂੰ ਦਿੰਦੀ ਹੈ। ਸਰਕਾਰ ਨੂੰ ਉਹਦਾ 4-5 ਹਜ਼ਾਰ ਕਰੋੜ ਰੁਪਈਆ ਆਉਂਦਾ। ਪਿਛਲੇ ਸਾਲ 4000 ਕਰੋੜ ਆਇਆ ਪੰਜਾਬ ਸਰਕਾਰ ਨੂੰ। ਉਹ ਤੁਹਾਡਾ ਮੰਡੀ ਕਾਨੂੰਨ ਬੋਰਡ ਲਾਉਂਦਾ, ਕਿਸੇ ਸੜਕ ਤੇ ਲਾਉਂਦਾ, ਕਿਸੇ ਡਿਵੈਲਪਮੈਂਟ ਤੇ ਕਰਦਾ, ਔਰ ਉਹਦੇ ਨਾਲ ਬਹੁਤ ਡਿਵੈਲਪਮੈਂਟ ਹੁੰਦੀ ਹੈ। ਮਤਲਬ ਜੇ ਤੁਸੀਂ ਦੇਖੋ ਰੱਜ ਕੇ ਡਿਵੈਲਪਮੈਂਟ ਹੁੰਦੀ ਹੈ। ਠੀਕ ਹੈ। ਹੁਣ ਜਦੋਂ ਸਰਕਾਰੀ ਮੰਡੀ ਹੈ ਤੇ ਉਹ ਸਟੇਟ ਨੂੰ ਆਉਂਦਾ। ਜਦੋਂ ਇਹ ਪ੍ਰਾਈਵੇਟ ਮੰਡੀ ਬਣੀ ਤੇ ਅੰਬਾਨੀ ਨੇ ਚਲਾਈ ਤੇ ਉਹ ਟੈਕਸਾਂ ਤੋਂ ਛੋਟ, ਉਹਨਾਂ ਨੂੰ ਸਿੱਧਾ ਪ੍ਰੋਫਿਟ ਹੋ ਗਿਆ। ਵੇਖਿਆ ਹੁਣ ਗੇਮ ਸਮਝੀ ਨਹੀਂ ਮੇਰੀ ਗੱਲ। ਇਹ ਗੇਮ ਹੈ ਇਹਨਾਂ ਦੀ। ਦੇਖੋ ਤੁਸੀਂ ਵੀ ਜੇ ਤੇ ਪ੍ਰਾਈਵੇਟ ਮੰਡੀ ਕਿਉਂ ਚਾਹੁੰਦੇ ਆ ਵੀ ਜੇ ਤਾਂ ਸਰਕਾਰੀ ਮੰਡੀ ਹੈ ਤੇ ਸਟੇਟ ਨੂੰ ਆ ਰਿਹਾ ਪੈਸਾ ਉਹ। ਠੀਕ ਹੈ, ਠੀਕ ਹੈ। ਅੱਛਾ ਕਿਸਾਨ ਤਾਂ ਉਹਦੇ ਵਿੱਚ ਹੈ ਹੀ ਨਹੀਂ, ਇਹ ਕਿਸਾਨ ਦੇ ਨਾਂ ਤੇ ਲੁੱਟਦੇ ਆ। ਦੇਖੋ ਸਹੀ। ਅੱਛਾ ਜੇ ਹੁਣ ਇਹ ਪ੍ਰਾਈਵੇਟ ਮੰਡੀ ਕਰਦੇ ਆ ਤੇ ਪ੍ਰਾਈਵੇਟ ਮੰਡੀ ਦਾ ਜਿਹੜਾ ਪੈਸਾ ਹੈ ਉਹਦੇ ਜਿਹੜੇ ਟੈਕਸ ਬੈਨੀਫਿਟ ਨੇ ਹੈ ਉਹ ਸਾਰੇ ਦੇ ਸਾਰੇ ਅੰਬਾਨੀ ਨੂੰ ਜਾਣਗੇ, ਅੰਬਾਨੀ ਨੂੰ ਜਾਣਗੇ। ਔਰ ਤੁਸੀਂ ਇੱਕ ਗੱਲ ਸਮਝੋ ਕਿ ਇੱਕ ਸਟੇਟ ਹੈ ਆਪਣਾ 4000 ਕਰੋੜ, ਹੁਣ 29 ਹੋਰ ਨੇ, ਟੋਟਲ ਕਿੰਨੇ ਨੇ? 29 ਨੇ। ਠੀਕ ਹੈ। 29 ਸਟੇਟਾਂ ਦਾ ਲਾ ਲਓ। ਜੇ ਇੱਥੇ 4 ਲਾਇਆ, ਆਪਾਂ ਘੱਟ ਤੋਂ ਘੱਟ ਲਾ ਲਓ, ਚਲੋ ਯਾਰ 3000 ਲਾ ਲਓ, 2 ਲਾ ਲਓ, 3 ਲਾ ਲਓ, 1 ਲੱਖ ਕਰੋੜ ਰੁਪਈਆ ਸਿੱਧਾ ਕਾਨੂੰਨਾਂ ਦੇ ਨਾਲ ਸ਼ੁਰੂ ਕਰੂਗਾ। 1 ਲੱਖ। ਫਿਰ ਕੋਈ ਰਜਿਸਟ੍ਰੇਸ਼ਨ ਨਹੀਂ ਕਰਨੀ, ਕੋਈ ਸਿਕਿਉਰਿਟੀ ਦੇਣੀ ਹੈ, ਸਿੱਧਾ ਪੈਨ ਕਾਰਡ ਦੇ ਉੱਤੇ ਆ। ਤੁਸੀਂ ਦੱਸੋ ਹੈ ਘਰੇ ਮਤਲਬ ਸਿੱਧਾ ਹੀ ਜਿਵੇਂ ਆ ਚੱਕੋ ਯਾਰ ਆ ਤੈਨੂੰ ਦੇਤੇ ਆ, ਤੇਰੀ ਝੋਲੀ ਚ ਪਾਤੇ, ਤੇਰੀ ਜੇਬ ਚ, ਮਤਲਬ ਕਿਸਾਨ ਦੀ ਮਿਹਨਤ ਤੇਰੀ ਝੋਲੀ ਚ ਪਾਤੀ। ਉਹ ਜਿਹੜਾ ਹੁਣ ਐਸੈਂਸ਼ੀਅਲ ਕਮੋਡਿਟੀ ਹੈ, ਰੋਟੀ ਕੱਢਤੀ ਐਸੈਂਸ਼ੀਅਲ ਕਮੋਡਿਟੀ ਚੋਂ। ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਇਹਨਾਂ ਨੇ ਅਲਾਊ ਕਰਤਾ। ਕਿਸਾਨ ਨੂੰ ਤਾਂ ਕਦੇ ਰੱਖਣ ਨੂੰ ਦਿੰਦੇ ਨਹੀਂ। ਉਹ 3 ਰੁਪਏ ਦਾ ਟਮਾਟਰ ਵੇਚਦਾ ਤੇ ਇਹ 60 ਦਾ ਵੇਚਦੇ ਆ। ਉਹਨੂੰ ਰੱਖ ਕੇ ਉਹਦੇ ਚ ਕੋਲਡ ਸਟੋਰੇਜ ਦੇ ਵਿੱਚ ਲਾ ਕੇ 60 ਦਾ ਵੇਚਦੇ ਕਿ ਨਹੀਂ ਵੇਚਦੇ? ਬਿਲਕੁਲ ਠੀਕ ਹੈ ਨਹੀਂ। ਇਹ ਗੰਨੇ ਦੀਆਂ ਫੁੱਲੀਆਂ ਪੈ ਕਰਕੇ ਵੇਚ ਜਾਂਦੇ ਭਾਜੀ ਮੌਲਾ ਜੇ। ਮੈਂ ਦੱਸਦਾ ਤੈਨੂੰ ਉਹ ਇੱਕ ਮਨਾ ਉਹ ਛੱਡ ਯਾਰ, ਛੱਲੀ ਰੱਖ ਦਿੰਦੇ ਆ ਕਰਕੇ ਤੇ ਨਾਲ ਲਿਖ ਕੇ 84 ਰੁਪਏ। ਵੇਖਿਆ 84 ਰੁਪਏ ਦੀ ਛੱਲੀ ਇਹਦੀ ਅੰਬਾਨੀ ਦੀ ਮੌਲ ਦੇ ਵਿੱਚ। ਤੇ ਜਦੋਂ ਜੱਟ ਵੇਚਣ ਜਾਂਦਾ ਉਹਦੀ MSP ਰੱਖੀ ਹੁੰਦੀ ਹੈ 1800, ਦਿੰਦੇ 600। 700 ਐਤਕੀ 700 ਚ ਗਈ, ਉਹਨੂੰ ਦਿੰਦੇ ਆ 700, 500 ਨੂੰ ਵੀ ਗਈ ਹੈ ਉਹਨੂੰ ਦਿੰਦੇ ਆ 700। ਵੇਖੋ ਯਾਰ ਤੁਸੀਂ ਕਿਤੇ ਨੇਰ ਇਹਨਾਂ ਨੇ ਪਾਏ। ਇਹ ਸੋਚਦੇ ਆ। ਅੱਛਾ ਫਿਰ ਇਹਨਾਂ ਨੇ ਇਹ ਸੋਚਿਆ ਵੀ ਕਿਸਾਨ ਨੂੰ ਤਾਂ ਸਮਝ ਨਹੀਂ ਆਉਣੀ। ਹੁਣ ਕੀ ਪਤਾ ਵੀ ਆਹ ਮੁੰਡੇ ਵਰਗੇ ਕਿਸਾਨ ਪੜ੍ਹੇ ਲਿਖੇ ਆ, ਤੁਹਾਡੇ ਕੱਢ ਦੇਣਗੇ ਬੰਬ। ਸਮਝ ਨਹੀਂ। ਬਹੁਤ ਪੜਿਆ ਲਿਖਿਆ ਜੀ। ਫਿਰ ਗੱਲ ਖਤਮ ਹੋਈ ਨਾ ਪੁੱਤ। ਖੁਸ਼ ਹੋ ਗਿਆ ਮੋਗੈਂਬੋ ਦੇ 25 ਸਾਲ ਪਹਿਲਾਂ ਖੁਸ਼ ਹੋਇਆ, ਸਰਦਾਰ ਖੁਸ਼ ਹੋਇਆ। ਚੱਲ ਮੁਕਾ ਯਾਰ ਤੂੰ। ਹਰਿਆਣੇ ਵਾਲੇ ਦੇਖੋ
ਰਾਜ ਕਰੋ ਵੀ ਇਹ ਕਿਸਾਨ ਪਾੜ ਜਾਣਾ ਫਿਰ ਸਹੀ ਨਹੀਂ ਐਸਾ ਹੀ ਗੱਲ ਸਹੀ ਗੱਲ ਦਾ ਇਹ ਗੱਲ ਹੈ ਰਣਜੀਤ ਗਰੇਵਾਲ ਉਹਨੂੰ ਕਹ ਇੱਥੇ ਆ ਕੇ ਖੜ ਕੇ ਵਿਖਾ ਉਹਨੂੰ ਤਾਂ ਉਹਦੇ ਪਿੰਡ 'ਚ ਵੀ ਉਹਨਾਂ ਇਹ ਫੇਰ ਵੇਖੀ ਸੇਕ ਕਿੱਥੋਂ ਨਿਕਲੂ ਮੁੱਢ ਤੇ ਨਿਕਲੂਗੇ ਤੇਰੇ ਕੋ ਨਿਕਲੂ ਉਹਨੂੰ ਕਹ ਖੜ ਹੈ ਕਿਉਂ ਠੀਕ ਹੈ ਕਿ ਨਹੀਂ ਗੱਲ ਬਿਲਕੁਲ ਸਰ ਬਿਲਕੁਲ ਗੱਲ ਸਮਝੋ ਕਿ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਦੇ 'ਚ ਪ੍ਰਮਾਤਮਾ ਦੀ ਆਵਾਜ਼ ਹੈ ਉਸ ਤੋਂ ਉੱਤੇ ਦੀ ਕੋਈ ਆਵਾਜ਼ ਨਹੀਂ ਵੇਖੋ ਇਹਨਾਂ ਲੋਕਾਂ ਨੇ ਅਗਰ ਤੁਸੀਂ ਓਵਰਆਲ ਪੂਰਾ ਦੇਖੋ ਪੁੱਤ ਤੂੰ ਹੋਰ ਕੀ ਸਮਝਾ ਰਿਹਾ ਸੀਗਾ ਜੇ ਆਪਾਂ ਇਹ ਜਿਹੜਾ ਕਰ ਰਹੇ ਨੇ ਆਪਣੇ ਨਾਲ ਇਹ ਪਹਿਲਾਂ ਵੀ ਤਾਂ ਕਰਦੇ ਆਏ ਨੇ ਜੇ ਆਪਾਂ ਇਹਦੇ ਬਾਹਰ ਦੇ ਐਗਜ਼ਾਮਪਲ ਦੇਖੀਏ ਜਿਵੇਂ ਇੰਡਸਟਰੀ ਨੂੰ ਟੇਕ ਓਵਰ ਕਰਦੇ ਨੇ ਅਲੋਕ ਇੰਡਸਟਰੀ ਮੈਂ ਦੱਸਦਾ ਇਹਨਾਂ ਨੂੰ ਅਲੋਕ ਇੰਡਸਟਰੀ ਵੇਖੋ ਇਹ ਕੀ ਕਰਦੇ ਜਦੋਂ ਸਰਦਾਰ ਮਨਮੋਹਨ ਸਿੰਘ ਸੀ ਨਾ ਤੇ ਜਿਹੜੇ ਬੈਂਕਾਂ ਦੀ ਅੱਟੀ ਸੱਟੀ ਲਾ ਕੇ ਵੱਡੇ ਵੱਡਿਆਂ ਨੂੰ ਅੰਬਾਨੀਆਂ ਅਡਾਨੀਆਂ ਨੂੰ ਨੀਰਵ ਮੋਦੀ ਵਰਗਿਆਂ ਨੂੰ ਇਹ ਚੁਕਾ ਦਿੰਦੇ ਆ ਕਿਸਾਨ ਨੂੰ ਥੋੜਾ ਮੰਨ ਦਿੰਦਾ ਕੋਈ ਬੈਂਕ ਦੇ ਵਿੱਚ ਉਹਨੂੰ ਕਹਿੰਦਾ ਦੱਸ ਤੇਰੀ ਜ਼ਮੀਨ ਕਿੰਨੀ ਹੈ ਦਿਖਾਵਾਂਗੇ ਤੈਨੂੰ ਇਹ ਕੀ ਹੈ ਠੀਕ ਹੈ ਕਿ ਨਹੀਂ ਇਹ ਜੀ ਐਨਪੀਏ ਇਹਨਾਂ ਨੂੰ ਕਹਿੰਦੇ ਐਨਪੀਏ ਨਾਨ ਪਰਫਾਰਮਿੰਗ ਐਸੈਟ ਬੈਂਕਾਂ ਦੇ ਜਿਹੜੇ ਸਰਕਾਰੀ ਬੈਂਕਾਂ ਤੋਂ ਲੁੱਟਦੇ ਆ ਪੈਸੇ ਠੀਕ ਹੈ ਉਹ ਪੋਲੀਟੀਸ਼ੀਅਨ ਦੀ ਅੱਟੀ ਸੱਟੀ ਨਾ ਹੁੰਦਾ ਪੋਲੀਟੀਸ਼ੀਅਨ ਫੋਨ ਮਾਰਦਾ ਇਹਨੂੰ ਦੇ ਦਿਓ ਕਰਜ਼ਾ ਠੀਕ ਹੈ ਕਿ ਨਹੀਂ ਉਹ ਉਸ ਤਰੀਕੇ ਨਾਲ ਹੁੰਦਾ ਉਹ ਮਨਮੋਹਨ ਸਿੰਘ ਵੇਲੇ 2 ਲੱਖ ਕਰੋੜ ਸੀ 2 ਲੱਖ ਕਰੋੜ ਠੀਕ ਹੈ ਨਾ ਟੋਟਲ 2 ਲੱਖ ਕਰੋੜ ਇੰਨੇ ਸਾਲਾਂ ਦਾ ਮਿਲਾ ਕੇ ਮਤਲਬ 40-50 ਸਾਲਾਂ ਦਾ ਮਿਲਾ ਕੇ 2 ਲੱਖ ਕਰੋੜ ਸੀ ਇਹ ਆਏ ਇਹਨਾਂ ਨੇ ਸਿਸਟਮ ਹੀ ਬਣਾ ਲਿਆ ਅੱਜ 17 ਲੱਖ ਕਰੋੜ 17 ਲੱਖ ਕਰੋੜ ਉਹ ਪੈਸੇ ਤੁਹਾਡੇ ਨੇ ਉਹ ਸਰਕਾਰੀ ਬੈਂਕਾਂ ਦਾ ਪੈਸਾ ਤੁਹਾਡੀ ਸੇਵਿੰਗ ਹੈ ਉਹ ਤੁਹਾਡੇ ਪੈਸੇ ਨੇ ਉਹ ਤੁਹਾਡੇ ਪੈਸੇ ਨੇ ਅੱਛਾ ਹੁਣ ਦੇਖੋ ਇਹਨਾਂ ਦਾ ਸਿਸਟਮ ਕੀ ਚਲਾਇਆ ਅਲੋਕ ਇੰਡਸਟਰੀ 30,000 ਕਰੋੜ ਦੇ ਘਾਟੇ 'ਚ ਬੰਦ ਹੋ ਗਈ ਅਲੋਕ ਇੰਡਸਟਰੀ ਜਦੋਂ ਅਲੋਕ ਇੰਡਸਟਰੀ ਬੰਦ ਹੋਈ ਤੇ ਅੰਬਾਨੀ ਨੇ ਉਹ 5,000 ਕਰੋੜ 'ਚ ਖਰੀਦ ਲਈ ਵੇਖੋ ਤੁਹਾਨੂੰ ਮੈਂ ਹੁਣ ਦੱਸ ਰਿਹਾ ਵੀ ਇਹਦੀ ਕਿੱਦਾਂ ਦੌਲਤ ਵਧੀ ਹੈ ਦਿਖਾਉਣਾ ਮੈਂ ਤੁਹਾਨੂੰ ਦੱਸਦਾ ਵੀ ਕਿੱਦਾਂ ਸਰਕਾਰ ਦੀਆਂ ਨੀਤੀਆਂ ਇਹ ਆਪ ਬਣਾਉਂਦੇ ਉਹ ਕਹਿੰਦੇ ਨੇ ਨਾ ਕਿ ਬਾਪ ਦਾ ਰਾਜ ਹੈ ਪਿਓ ਦਾ ਰਾਜ ਹੈ ਪਿਓ ਦਾ ਰਾਜ ਨਹੀਂ ਇਹ ਸਰਕਾਰ ਦੇ ਪਿਓ ਨੇ ਇਹ ਸਰਕਾਰ ਦੇ ਪਿਓ ਨੇ ਮੇਰੀ ਗੱਲ ਯਾਦ ਰੱਖੀ ਹੈ ਸਰਕਾਰ ਦੇ ਪਿਓ ਨੇ ਔਰ ਤੁਹਾਨੂੰ ਮੈਂ ਦੱਸੂ ਵੀ ਇਹ ਕਿਸ ਤਰੀਕੇ ਨਾਲ ਲੁੱਟਦੇ 30,000 ਕਰੋੜ ਦੀ ਅਲੋਕ ਇੰਡਸਟਰੀ ਕੋਈ ਚੈੱਕ ਕਰ ਲੇ ਮੈਂ ਕਹਿੰਦਾ ਮੇਰੇ ਨਾਲ ਬਹਿ ਜੇ ਜਿੱਥੇ ਮਰਜ਼ੀ ਬੁਲਾ ਲੇ ਮੈਨੂੰ ਮੈਂ ਉਹਦੇ ਕੋਲ ਚਲੀ 5,000 ਕਰੋੜ 'ਚ ਖਰੀਦੀ ਕਿੱਦਾਂ ਜਿਨ੍ਹਾਂ ਬੈਂਕਾਂ ਦਾ ਉਹ ਡਿਫਾਲਟਰ ਸੀ ਜਿਨ੍ਹਾਂ ਬੈਂਕਾਂ ਦੇ ਅਲੋਕ ਨੇ ਪੈਸੇ ਨਹੀਂ ਸੀ ਦਿੱਤੇ ਉਹਨਾਂ ਹੀ ਬੈਂਕਾਂ ਤੋਂ 4,000 ਕਰੋੜ ਲੈ ਲਏ ਉਹਦੇ 'ਚ ਸਟੇਟ ਬੈਂਕ ਆਫ ਇੰਡੀਆ 4,500 ਕਰੋੜ ਉਹ ਤੋਂ ਲੈ ਲਿਆ ਆਪ ਕਹਿੰਦਾ ਮੈਂ 500 ਕਰੋੜ ਦਊਂ ਠੀਕ ਹੈ 500 ਚੋਂ 250 ਦਿੱਤਾ 500 ਚੋਂ 250 ਦਿੱਤਾ 250 ਕਰੋੜ ਦੇ ਵਿੱਚ ਇਹਨਾਂ ਤੋਂ 4,000 ਕਰੋੜ ਲੈ ਕੇ 30,000 ਕਰੋੜ ਰੁਪਏ ਦੀ ਕੰਪਨੀ ਖਰੀਦੀ ਅੱਛਾ ਇੱਥੇ ਹੀ ਗੱਲ ਨਹੀਂ ਮੁੱਕਦੀ 30,000 ਕਰੋੜ ਦੀ ਕੰਪਨੀ ਖਰੀਦੀ ਨਾਲ ਦੀ ਨਾਲ ਸਰਕਾਰ ਨੇ ਇਹਨੂੰ ਪੀਪੀ ਕਿੱਟਾਂ ਜਿਹੜੀਆਂ ਡਾਕਟਰੀਆਂ ਵਾਲੀਆਂ ਪੀਪੀ ਕਿੱਟਾਂ ਨਹੀਂ ਇਹਨੂੰ ਪੀਪੀ ਕਿੱਟਾਂ ਦਾ ਕੰਟਰੈਕਟ ਦਿੱਤਾ ਇਹ ਕਿਤੋਂ ਹਵਾ 'ਚ ਆ ਗਿਆ 1 ਲੱਖ ਕਿੱਟ ਰੋਜ਼ ਬਣਾਏ 1 ਲੱਖ ਕਿੱਟ ਹਰ ਰੋਜ਼ ਬਣਾਵੇ 1 ਲੱਖ ਕਿੱਟ ਜਦੋਂ ਰੋਜ਼ ਬਣਾਈ ਤੇ ਉਹ ਕੰਪਨੀ ਜਿਹੜੀ 1 ਸਾਲ ਦੀ 18,000 ਕਰੋੜ ਦੇ ਘਾਟੇ 'ਚ ਗਈ ਉਹ 3,000 ਕਰੋੜ ਦੇ ਪ੍ਰੋਫਿਟ 'ਚ ਆ ਗਈ 3,000 ਕਰੋੜ ਰੁਪਏ ਦੇ ਪ੍ਰੋਫਿਟ ਹੁਣ ਇਹਨੂੰ ਭਰੇ ਮਾਨਸ ਨੂੰ ਪੁੱਛੇ ਵੀ ਜੇ ਤੂੰ 3,000 ਕਰੋੜ ਦਾ ਪ੍ਰੋਫਿਟ ਆਇਆ ਉਹ ਤੂੰ ਬੈਂਕਾਂ ਦੇ ਵਿੱਚ ਵਾਪਸ ਮੁੜਿਆ ਉਹ ਇਹਨੇ ਬੈਂਕਾਂ ਦੇ ਵਿੱਚ ਵਾਪਸ ਮੁੜਿਆ ਇਹਨੂੰ ਪੁੱਛੇ ਹੈ ਬਿਲਕੁਲ ਨਹੀਂ ਦੇਖੋ ਮਾਲ ਲੋਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਗੱਲ ਹੈ ਕਿ ਲੋਕਾਂ ਦੇ ਮਾਲ ਤੇ ਅੰਬਾਨੀ ਦੀ ਰੋਜ਼ ਦੀਵਾਲੀ ਐ ਲੁੱਟਦੇ ਆ ਇਹ 17 ਲੱਖ ਕਰੋੜ ਜਿਹੜੇ ਐਨਪੀ ਆਏ ਆ ਇਹ ਐਸੇ ਤਰੀਕੇ ਆਏ ਆ ਮਿੱਤਰ ਪਿਆਰਿਓ ਸੋਚ ਕੇ ਵੇਖੋ ਤੁਸੀਂ ਕੋਈ ਹੋਰ ਦੂਸਰਾ ਐਗਜ਼ਾਮਪਲ ਵੀ ਲੈ ਲਓ ਹੁਣ ਜੀਓ ਹੈ ਆ ਜੀਓ ਵਾਲਾ ਦੱਸ ਹੁਣ ਜੀਓ ਜਦੋਂ ਸਿਮ ਕਾਰਡ ਆਇਆ ਮੋਬਾਈਲ 'ਚ ਆਇਆ ਵੈਸੇ ਤਾਂ ਟੈਲੀਕਾਮ ਦੀ ਪਾਲਿਸੀ ਇਹ ਕਹਿੰਦੀ ਸੀ ਕਿ ਜਦੋਂ ਕੋਈ ਨਵੀਂ ਕੰਪਨੀ ਆਉਂਦੀ ਹੈ ਜਦ ਤੱਕ ਕੋਈ ਕੰਪਨੀ 30% ਮਾਰਕੀਟ ਤੇ ਕੰਟਰੋਲ ਨਹੀਂ ਕਰਦੀ ਉਹ ਫ੍ਰੀ ਸਿਮ ਨਹੀਂ ਬਣ ਸਕਦੀ ਉਹ ਐ ਐਕਸਕਲੂਸਿਵ ਡੀਲਾਂ ਨਹੀਂ ਦੇ ਸਕਦੀ ਜੇ ਦੇ ਵੀ ਸਕਦੀ 90 ਦਿਨ ਤੱਕ ਦੇ ਸਕਦੀ ਹੈ ਪ੍ਰੋਮੋਸ਼ਨ ਜਿਹੜੀ ਪ੍ਰੋਮੋਸ਼ਨ ਉਹਦੇ 90 ਦਿਨ ਹੁੰਦੇ ਆ ਪਾਲਿਸੀਆਂ ਚੇਂਜ ਕਰਤੀਆਂ ਪਾਲਿਸੀ ਚੇਂਜ ਕਰਕੇ ਕਹਿੰਦੇ 90 ਦਿਨ ਨਹੀਂ ਤੁਸੀਂ ਜੀ ਸਾਰਾ 1 ਸਾਲ ਦਾ ਇਹ ਕਹਿੰਦਾ ਜੀ 1 ਸਾਲ ਸਿਮ ਫ੍ਰੀ ਦੂੰ ਦੇਖ ਲਓ ਇਹ ਪਾਲਿਸੀਆਂ ਚੇਂਜ ਨਹੀਂ ਇਹ ਪਾਲਿਸੀਆਂ ਚੇਂਜ ਕਰਕੇ ਜੀਓ ਮਾਰਿਆ ਗਿਆ 4G BSNL ਨੂੰ ਨਹੀਂ ਦਿੱਤਾ ਇਹਨਾਂ ਨੇ ਰਿਲਾਇੰਸ ਨੂੰ ਦਿੱਤਾ ਸਰਕਾਰੀ ਕੰਪਨੀ ਜਿਹਦਾ 5 ਲੱਖ ਕਰੋੜ ਰੁਪਏ ਦਾ ਇਨਫਰਾਸਟ੍ਰਕਚਰ ਉਹਦੇ ਕੋਲ 4G ਹੈ ਨਹੀਂ ਤੇ ਰਿਲਾਇੰਸ ਕੋਲ 4G ਹੈ ਤੇ ਪ੍ਰਧਾਨ ਮੰਤਰੀ ਸਾਹਿਬ ਉਹਦੀ ਐਡਵਰਟਾਈਜ਼ਮੈਂਟ ਕਰ ਰਹੇ ਤੁਸੀਂ ਸੋਚ ਕੇ ਦੇਖੋ ਨਾ ਜੀ ਮਸ਼ਹੂਰੀ ਉਹ ਕਰਦਾ ਕਿਸਾਨੀ ਦੇ ਕਿਸੇ ਮੁੱਦੇ ਤੇ ਮਸ਼ਹੂਰੀ ਤੋਂ ਪਤਾ ਚੱਲ ਜਾਂਦਾ ਤੁਸੀਂ ਕਿਸਾਨੀ ਦੇ ਕਿਸੇ ਮੁੱਦੇ ਤੇ ਕੋਰਟ ਨਹੀਂ ਜਾ ਸਕਦੇ ਤੁਸੀਂ ਜਾ ਨਹੀਂ ਸਕਦੇ ਕੋਰਟ ਕਚਹਿਰੀ 'ਚ ਨਹੀਂ ਜਾ ਸਕਦੇ
ਜਦੋਂ ਇੱਕ ਜੀਓ ਆਇਆ ਕੋਈ ਕੋਰਟ ਨਹੀਂ ਜਾ ਸਕਿਆ। ਇਹਨਾਂ ਨੂੰ ਅੱਜ ਪੁੱਛ- ਤੁਸੀਂ ਜੀਓ ਪੋਰਟ ਆਊਟ ਕਰ ਰਹੇ ਹੋ, ਹਾਂ। ਚਲੇ ਗਏ ਨਾ ਕੋਰਟ TRI ਹਾਂਜੀ ਹਾਂਜੀ ਤੁਹਾਡੇ ਖਿਲਾਫ ਕੀ ਗਲਤ ਹੋ ਦੇਖੋ ਰਹੀ ਤੁਹਾਡਾ ਖੂਨ ਹੈ ਤੇ ਸਾਡਾ ਖੂਨ ਪਾਣੀ ਹੈ। ਵੇਖੋ ਤੁਸੀਂ ਸਾਨੂੰ ਤੇ ਕਿਸਾਨੀ ਵਾਲੇ ਮੁੱਦੇ ਤੇ ਕਚਹਿਰੀ ਨਹੀਂ ਜਾਣ ਦਿਓਗੇ ਤੇ ਜਦੋਂ ਤੁਸੀਂ ਸਿਮ ਕਿਸੇ ਨੇ ਪੋਰਟ ਕੀਤਾ ਇਥੋਂ? ਹਾਂਜੀ ਹਾਂਜੀ ਕੀਤਾ ਕਿ ਨਹੀਂ? ਸਾਰੇ ਪਿੰਡ- ਸਾਰੇ ਪਿੰਡ ਨੇ ਕਰਤਾ, ਹੈਂ? ਸਾਰੇ ਪਿੰਡਾਂ ਨੇ ਰਿਪੋਰਟ ਕਰ ਜਦੋਂ ਇਹ ਹੁਣ ਇੱਥੋਂ ਪੋਰਟ ਹੋਣ ਲੱਗੇ ਆ ਸਿਮ ਤੇ ਕਚਹਿਰੀਆਂ 'ਚ ਬੰਦਾ ਮਤਲਬ ਤੁਹਾਡੇ ਨਾਲ ਥੋੜਾ ਜਿਹਾ ਵੀ ਧੱਕਾ ਹੋਵੇ ਤੁਸੀਂ ਕਚਹਿਰੀ 'ਚ ਜਾ ਵੜੋਗੇ ਤੇ ਕਿਸਾਨ ਜਿਹੜਾ 70 ਕਰੋੜ ਬੰਦੇ ਜਿਹੜੇ ਨੇ ਜਿਹੜੇ ਸੜਕਾਂ ਦੇ ਉੱਤੇ ਆ ਕੇ ਲੜਾਈਆਂ ਲੜ ਰਹੇ ਨੇ ਉਹ ਕੋਰਟ 'ਚ ਨਹੀਂ ਜਾ ਸਕਦਾ, ਉਹ ਆਪਣਾ ਕਾਨੂੰਨੀ ਹੱਕ ਲੈ ਨਹੀਂ ਸਕਦਾ। ਇਸ ਕਰਕੇ ਮੈਂ ਕਹਿੰਦਾ ਕਿਸਾਨ ਲੜ ਰਿਹਾ ਸਾਰੀ ਦੁਨੀਆ ਲਈ, 80% ਲੋਕਾਂ ਲਈ ਦੁਆਵਾਂ ਨਹੀਂ ਨਾਲ ਖੂਨ ਪਸੀਨਾ ਇੱਕ ਕਰਨਾ ਆਪਾਂ। ਜੇ ਮੇਰੇ ਵਾਸਤੇ ਹੁੰਦਾ, ਜੇ ਮੈਨੂੰ ਇਹ ਨਾ ਹੋਵੇ ਵੀ ਇਹ ਮੂਵਮੈਂਟ ਜਿਹੜੀ ਹੈ ਨਾ ਇਹ ਛੋਟੀ ਹੋ ਜੂਗੀ ਰਾਜਨੀਤੀਕਰਨ ਹੋ ਕੇ। ਹੁਣ ਅਸੀਂ ਤਾਂ ਰਾਜਨੀਤੀ 'ਚ ਲਾ ਲਏ 16 ਸਾਲ 4 ਵਾਰ ਤੁਸੀਂ MP ਬਣਾਤਾ, ਹੁਣ ਇਹ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਰਾਜਨੀਤਿਕ ਬੰਦੇ ਨਹੀਂ, ਗੱਲ ਨੂੰ ਸਮਝੋ। ਪਰ ਜਿਹੜਾ ਦਿਲ ਆ ਉਹਨਾਂ ਦੇ ਨਾਲ ਧੜਕਦਾ। ਹਰ ਰੋਜ਼ ਮੈਂ ਕਿਤੇ ਨਾ ਕਿਤੇ ਉਹ ਵੀ ਕਹਿੰਦੇ ਵੀ ਸਹਿਯੋਗ ਕਰੋ, ਹਰ ਰੋਜ਼ ਕਿਤੇ ਫੇਸਬੁੱਕ ਤੇ ਕਿਤੇ ਹਰ ਰੋਜ਼ ਠੋਕਿਆ ਹੁੰਦਾ, ਅੱਜ ਵੀ ਠੋਕੂ। ਆ ਠੋਕ ਹੀ ਰਹੇ ਆਪਾਂ ਕਿ ਨਹੀਂ ਠੋਕ ਰਹੇ? ਜਿਹੜੇ ਹੁਣ ਸ਼ਾਬਾਸ਼ ਮੇਰਾ ਪੁੱਤ। ਬੈਂਕਾਂ ਨੂੰ ਦੇਖ ਲਈਏ, ਹਾਂ ਜਿਹੜੇ ਬੈਂਕਾਂ ਤੋਂ ਇਹਨਾਂ ਦੀ ਲੱਖਾਂ ਕਰੋੜ ਦੀ ਦੇਣਦਾਰੀ ਹੈ, ਆਪਾਂ NPA ਦੀ ਗੱਲ ਕਰ ਰਹੇ ਹਾਂ। ਹੁਣ ਇਹ ਕਹਿ ਰਹੇ ਨੇ ਕਿ ਇਹ ਕਾਰਪੋਰੇਟ ਆਪ ਆਪਦੇ ਬੈਂਕ ਖੋਲ ਸਕਦੇ ਨੇ। ਦੇਖੋ ਆ ਬਿਲਕੁਲ ਯਾਰ ਤੂੰ ਖਾਣਾ ਕੀ ਓਏ? ਮੈਂ ਇਹਨਾਂ ਦੇ ਕਿਸ ਹੈਂ? ਅਲਸੀ ਖਾ ਕੇ ਗਿਆ, ਅਲਸੀ ਪਿੰਡ ਦੀ ਅਲਸੀ ਵਾਲੀ ਵੀ ਨਹੀਂ ਖਾਧੀ? ਹਾਂ, ਦੇਖੋ ਬੈਂਕ ਬੜਾ ਬਦਮਾਸ਼ ਹੈ ਯਾਰ, ਇਹ ਮੈਨੂੰ ਮਤ ਪਾਈ ਜਾਂਦਾ ਅੱਜ। ਹੈਂ? ਅੱਛਾ ਹੁਣ ਤੁਸੀਂ ਦੇਖੋ ਗੱਲ ਸਮਝੋ, ਹੈਂ? ਇਹ ਗੱਲ ਇਹਨੇ ਬੜੀ ਵੱਡੀ ਕਰ। ਇਹ ਹੁਣ ਕਹਿੰਦੇ ਆ ਵੀ ਬੈਂਕ ਖੋਲਾਂਗੇ ਅਸੀਂ। ਸਟੇਟ ਬੈਂਕ ਨਾਲ ਇਹਨਾਂ ਨੇ ਏਕਾ ਕਰਕੇ ਇੱਕ ਉਹ ਖੋਲਿਆ ਆਨਲਾਈਨ ਬੈਂਕ, ਜੀਓ ਪੇਮੈਂਟ ਬੈਂਕ। ਜੀਓ ਪੇਮੈਂਟ ਬੈਂਕ ਆਨਲਾਈਨ ਬੈਂਕ ਖੋਲਿਆ। ਆਨਲਾਈਨ ਬੈਂਕ ਮਤਲਬ ਇਹਨਾਂ ਨੂੰ ਪਤਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਲੋਕਾਂ ਨੇ ਘਰੇ ਬੈਠ ਕੇ ਆਰਡਰ ਦੇਣੇ ਆ ਤੇ ਇਹਨਾਂ ਨੇ ਜੀਓ ਆਨਲਾਈਨ ਬੈਂਕ ਸਟੇਟ ਬੈਂਕ ਆਫ ਇੰਡੀਆ ਦਾ, ਇਹਦਾ ਮਤਲਬ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਵੱਡਾ ਬੈਂਕ ਜਿਹਦੇ ਨਾਲ ਦੇਸ਼ ਚੱਲਦਾ ਉਹ ਸਟੇਟ ਬੈਂਕ ਆਫ ਇੰਡੀਆ। ਇਹਦਾ ਮਤਲਬ ਜਿੰਨੇ ਉਹਦੇ ਡਾਟਾ ਬੰਦ ਕਰਦੇ ਉਹ ਸਾਰਾ ਨਹੀਂ ਉਹ ਸਾਰਾ ਡਾਟਾ ਇਹਨਾਂ ਦੇ ਕੋਲ ਆ ਗਿਆ, ਇਹਨਾਂ ਕੋਲ ਆ ਗਿਆ। ਹੁਣ ਜੀਓ ਤੁਸੀਂ ਪੇਮੈਂਟ ਕਰਦੇ SBI ਦੀ ਪੇਮੈਂਟ ਕਰਦੇ ਹੋ ਤਾਂ ਜੀਓ ਲਿਖਿਆ ਹੁੰਦਾ ਉੱਥੇ, ਉੱਤੇ ਜੀਓ ਲਿਖਿਆ ਸਾਰਾ ਡਾਟਾ ਲੈ ਲਿਆ। ਅੱਛਾ ਹੋਰ ਸੁਣੋ, ਮਤਲਬ ਜਿਹੜੀ ਜਨਾਨੀ ਨੇ ਇਹ ਪਾਲਿਸੀ ਬਣਾ ਕੇ ਇਹ ਜਿਹੜੀ ਇਹਨਾਂ ਨਾਲ ਡੀਲ ਕਰਾਈ, ਠੀਕ ਹੈ, ਉਹਦਾ ਨਾਮ ਹੈ ਅਰੁੰਧਤੀ ਭੱਟਾਚਾਰਿਆ, ਅਰੁੰਧਤੀ SBI ਦੀ ਚੇਅਰਮੈਨ, ਸਟੇਟ ਬੈਂਕ ਦੀ ਚੇਅਰਮੈਨ ਪਾਲਿਸੀ ਬਣਾ ਕੇ ਇਹਨਾਂ ਨੂੰ ਦੇ ਰਹੀ ਹੈ। ਔਰ ਉਹ ਜਦੋਂ ਰਿਟਾਇਰ ਹੋਈ ਹੈ ਉਹਨੇ ਜਾ ਕੇ 5 ਸਾਲ ਦੀ ਨੌਕਰੀ ਰਿਲਾਇੰਸ ਨਾਲ ਕਰ। ਹੁਣ ਵੇਖੋ ਤੁਸੀਂ ਵੀ ਇਹ ਉਹ ਡਾਇਰੈਕਟਰ ਹੈ ਹੁਣ ਰਿਲਾਇੰਸ। ਹੁਣ ਦੇਖੋ ਕਿੱਦਾਂ ਵੀ ਇਹ ਸਿਸਟਮ ਨੂੰ ਆਪਣੇ ਢੰਗ ਨਾਲ ਚਲਾਉਂਦੇ ਆ ਤੇ ਜਿਹੜੇ ਇਹਨਾਂ ਦੀ ਮਦਦ ਕਰਦੇ ਉਹਨਾਂ ਨੂੰ ਨੌਕਰੀਆਂ ਦੇ ਦਿੰਦੇ, ਸਿਸਟਮ ਚੋਂ ਕੱਢ ਕੇ ਉੱਥੇ ਉਹਨੂੰ ਨੌਕਰੀ ਦੇ ਦਿੰਦੇ। ਮਤਲਬ ਸਟੇਟ ਬੈਂਕ ਆਫ ਇੰਡੀਆ ਨੂੰ ਹੁਣੇ ਕਬਜ਼ਾ ਕਰਨਗੇ ਉਹਦੇ ਤੇ, ਸੋਚ ਕੇ ਵੇਖੋ ਮਤਲਬ ਕਿੱਥੋਂ ਦਾ ਇਨਸਾਫ ਹੈ। ਫੇਸਬੁੱਕ ਨਾਲ ਡੀਲ ਕੀਤੀ, ਫੇਸਬੁੱਕ ਕੀ ਕਹਿੰਦੇ ਹੁੰਦੇ ਨੇ ਜੀਓ ਹੈ ਤੇ WhatsApp। ਇਹਨਾਂ ਦੇ ਜੇ ਤੁਸੀਂ ਉਹ ਦੇਖੋ ਨਾ ਮਤਲਬ ਸਬਸਕ੍ਰਾਈਬਰ ਕਹਿੰਦੇ ਇਹਨਾਂ ਨੂੰ 100 ਕਰੋੜ ਬੰਦੇ ਨੈਟਵਰਕ ਇਹਨਾਂ ਦਾ। ਮੈਂ ਦੱਸਦਾ ਤੁਹਾਨੂੰ 400 ਮਿਲੀਅਨ, 1 ਮਿਲੀਅਨ 10 ਲੱਖ ਹੁੰਦਾ, 400 ਮਿਲੀਅਨ ਹੈਗਾ WhatsApp ਦਾ, 388 ਮਿਲੀਅਨ ਜੀਓ ਦਾ ਜਿਹੜਾ ਫਾਲੋਅਰ ਹੈ ਤੇ 325 ਉਹਦਾ ਹੈਗਾ ਫੇਸਬੁੱਕ। ਇਹ ਤਿੰਨ ਜਦੋਂ ਇਕੱਠੇ ਹੋ ਗਏ ਤਾਂ 1200 ਮਿਲੀਅਨ ਲੋਕਾਂ ਦਾ ਡਾਟਾ ਇਕੱਠਾ ਕਰਕੇ ਇਹਨਾਂ ਨੇ ਮੋਨੋਪੋਲੀ ਬਣਾ ਲਈ। ਰਿਲਾਇੰਸ ਹੋ ਗਿਆ ਜਾਂ ਅਡਾਨੀ ਹੋ ਗਿਆ, ਇਹ ਕੋਈ ਇਨੋਵੇਸ਼ਨ ਕਾਰਡ ਨਾਲ ਜਾਂ ਕ੍ਰੀਏਟੀਵਿਟੀ ਦੇ ਨਾਲ ਨਹੀਂ ਇਹ ਲੈ ਕੇ ਜਿੱਤ ਰਹੇ। ਇਹ ਤੇ ਹਾਂ ਇਹ ਜੁਗਾੜ ਦੇ ਨਾਲ, ਇਹ ਮਤਲਬ ਇਹ ਇਸ ਤਰੀਕੇ ਨਾਲ ਸਰਕਾਰਾਂ ਦੀ ਫੈਸਿਲਿਟੇਸ਼ਨ ਦੇ ਨਾਲ ਇਹਨਾਂ ਨੇ ਮੋਨੋਪੋਲੀਆਂ ਬਣਾ ਲਈ। ਹੁਣ ਉਹ ਮੋਨੋਪੋਲੀ ਬਣ ਜੂ, ਮੋਨੋਪੋਲੀ ਬਣ ਗਈ ਜਦੋਂ ਇਹਨਾਂ ਕੋਲ 1200 ਮਿਲੀਅਨ ਦਾ ਮਤਲਬ ਪਤਾ ਕੀ ਹੈ? ਸਾਡਾ ਦੇਸ਼ ਦੀ ਆਬਾਦੀ ਹੈਗੀ ਹੈ 137 ਕਰੋੜ। 137 ਕਰੋੜ ਚੋਂ 1200 120 ਕਰੋੜ ਬੰਦੇ ਇਹਨਾਂ ਥੱਲੇ। ਤੇ ਕੌਣ ਇਹਨਾਂ ਨਾਲ ਲੜੂ, ਕੌਣ ਇਹਨਾਂ ਨਾਲ ਕੰਪੀਟੀਸ਼ਨ ਕਰੂ? ਵੇਖੋ ਤੁਸੀਂ ਇਹ ਤਾਂ ਮਤਲਬ ਇਹ ਲੋਟ ਹੀ ਤਾਂ ਆ ਸਕਦੇ ਸੀ ਵੀ ਜਦੋਂ ਰੱਬ ਕਹਿੰਦਾ ਨਾ ਅੱਤ ਖੁਦਾ ਦਾ ਵੈਰ। ਜਦੋਂ ਮਤਲਬ ਅੱਤ ਖੁਦਾ ਦਾ ਵੈਰ ਹੁੰਦਾ ਨਾ ਤੇ ਫਿਰ ਰੱਬ ਆਪੇ ਹੀ ਲੋਟਰੀਆਂ ਲਵਾਉਂਦਾ। ਇਹ ਹੁਣ ਲੋਟਰੀਆਂ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ? ਸਹੀ ਹੈ ਜੀ, ਸਹੀ ਬਿਲਕੁਲ।
ਕਰਤਾ ਨਾ ਜਲੇਬੀਆਂ ਨੂੰ ਇਕੱਠਾ ਹੈ ਬਿਲਕੁਲ ਕਰਤਾ ਕਿ ਨਹੀਂ ਬਿਲਕੁਲ ਜੀ ਸ਼ਾਬਾਸ਼ ਓਏ ਖਾਇਆ ਕਰ ਉਹੀ ਖਾਇਆ ਕਰ ਫੇਰ ਦਿੰਦੇ ਅੱਜ ਸਾਨੂੰ ਤਾਂ ਮੱਖਣੀ ਮੁਖੜੀ ਬੰਦ ਹੋ ਗਈ ਹੁਣ ਪੁੱਤਰਾ ਅੱਜ ਜਦੋਂ ਕ੍ਰਿਕਟ ਖੇਡਦੇ ਮੱਖਣੀ ਮੁਖ ਹੁਣ ਤੂੰ ਖਾਣਾ ਅਲਸੀ ਵਾਲੀਆਂ ਪਿੰਨੀਆਂ ਔਰ ਕਿਆ ਤੇਰਾ ਤੇ ਮੇਰਾ ਮੈਂ ਖਾਣਾ ਆਲੂ ਗੋਭੀ ਵਰਗੀਆਂ ਨੀਤੀਆਂ ਗੋਰੇ ਅੰਗਰੇਜ਼ਾਂ ਤੋਂ ਵੀ ਮਾੜੀਆਂ ਰੰਗਜੇਬ ਤੋਂ ਵੀ ਉਹਨਾਂ ਨੂੰ ਕਿਤੇ ਜ਼ਿਆਦਾ ਮਾੜੇ ਨੇ ਤੇ ਭਾਜੀ ਰਿਫਾਰਮ ਦੇ ਨਾਮ ਤੇ ਕਹਿ ਕੇ ਕਿ ਅਸੀਂ ਮਾਰਕੀਟ ਦੇ ਰੈਗੂਲੇਸ਼ਨ ਹਟਾ ਕੇ ਰਿਫਾਰਮ ਲੈ ਕੇ ਆ ਰਹੇ ਹਾਂ, ਅਸੀਂ ਥੋੜੇ ਪਾਬੰਦੀਆਂ ਹਟਾ ਕੇ ਆਮ ਛੋਟੇ ਵਪਾਰੀ ਨੂੰ, ਛੋਟੇ ਬੰਦੇ ਨੂੰ, ਆਮ ਕਿਸਾਨ ਨੂੰ ਮੌਕਾ ਦੇ ਰਹੇ ਹਾਂ ਗਰੋ ਕਰਨ ਦਾ। ਅਸਲ ਵਿੱਚ ਉਹਦੇ ਮਖੌਟੇ ਵਿੱਚ ਇੱਕ ਲੁੱਟ ਦਾ ਜਰੀਆ ਤੁਸੀਂ ਆਪਣੇ ਕਿਸਾਨੀ ਕਿੱਤੇ ਵਾਪਸ ਆ ਜਾਓ। ਆਪਾਂ ਫਸਲ ਬੀਮਾ ਯੋਜਨਾ ਦੇਖ ਲਈ, ਹਾਂ ਲੈ ਲੈ ਪਹਿਲਾਂ ਸਟੇਟ ਸਰਕਾਰ ਦਿੰਦੀ ਸੀ ਉਹ ਫਸਲ ਬੀਮਾ। ਹਾਂ ਤੂੰ ਮੈਨੂੰ ਲੱਗਦਾ ਯਾਰ ਕੋਈ ਦੂਜਾ ਘੋੜਦਾ ਬਦਾਮ ਬਦੂਮ ਘੋੜਦਾ ਹੈ। ਫਸਲ ਬੀਮਾ ਯੋਜਨਾ ਮੈਨੂੰ ਯਾਦ ਕਰਾਤੀ ਇਹ ਗੱਲ ਬਹੁਤ ਵਧੀਆ, ਇਹ ਗੱਲ ਇਹਨੇ ਕੀਤੀ ਹੈ ਬੇਟਾ। ਫਸਲ ਬੀਮਾ ਯੋਜਨਾ ਦੀ ਜਿਹੜੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਵਾਲੀ ਯੋਜਨਾ, ਦੇਖੋ ਇਹ ਕਿੱਡੀ ਵੱਡੀ ਇਹਨਾਂ ਨੇ ਲੁੱਟ ਦਾ ਜਰੀਆ ਬਣਾਇਆ। ਬੀਮਾ ਕਿਸਾਨ ਦਾ ਜਿਹੜਾ ਬੀਮਾ ਉਹਨੂੰ ਇਹਨਾਂ ਨੇ ਲੁੱਟ ਦਾ ਯੋਜਨਾ। ਵੇਖੋ ਤੁਸੀਂ ਪ੍ਰੀਮੀਅਮ ਤਾਂ ਸਮਝਦੇ ਹੋ ਨਾ, ਹਾਂਜੀ ਸਮਝਦੇ ਹੋ ਪ੍ਰੀਮੀਅਮ ਹਾਂਜੀ ਵੀ ਜੀ ਇੰਨੇ ਪੈਸੇ ਦੇ ਉਹ ਪ੍ਰੀਮੀਅਮ ਇਹਨਾਂ ਨੇ ਕੀਤਾ 47,000 ਕਰੋੜ ਦਾ ਪ੍ਰਧਾਨ ਮੰਤਰੀ ਜਿਹੜਾ ਇਹ ਬੀਮਾ ਯੋਜਨਾ। ਔਰ ਇਹੀ ਤੁਹਾਨੂੰ ਦੱਸਿਆ ਕਰਨਗੇ ਵੀ ਆਹ ਬੀਮਾ ਇੱਥੋਂ ਕਰਾਉਣਾ ਵੀ ਜਦੋਂ ਇਹਨਾਂ ਦਾ ਕੰਟਰੈਕਟ ਸਾਈਨ ਹੋ ਗਿਆ ਨਾ, ਇਹੀ ਬੀਮਾ ਆਪ ਹੀ ਬੀਮਾ ਕਰਨ ਵਾਲੇ ਨੇ। 47,000 ਕਰੋੜ ਰੁਪਏ ਦਾ ਇਹਨਾਂ ਨੇ ਪ੍ਰੀਮੀਅਮ ਦਿੱਤਾ, ਠੀਕ ਹੈ। ਤੇ ਕਲੇਮ ਜਿਹੜਾ ਕਿਸਾਨ ਨੂੰ ਦਿੱਤਾ ਉਹ ਸਿਰਫ 31,000 ਕਰੋੜ ਜਾਂ 17,000 ਕਰੋੜ ਰੁਪਏ ਸਿੱਧਾ ਜੇਬ। ਅੱਛਾ ਜਦੋਂ ਮਨਮੋਹਨ ਸਿੰਘ ਹੁੰਦੇ ਸੀ, ਦੇਖੋ ਰੱਬ ਭਲਾ ਕਰੇ ਉਹਦਾ, ਹਰੇਕ ਬੰਦਾ ਉਹਦੀ ਲੰਮੀ ਉਮਰ ਦੀ ਦੁਆ ਕਰਦਾ, ਜ਼ਬਰਦਸਤ ਬੰਦਾ ਆਉਂਦਾ ਨਾ ਚੇਤੇ ਆਉਂਦਾ ਨਾ। ਹੁਣ ਤੁਸੀਂ ਦੇਖੋ ਜਦੋਂ ਮਨਮੋਹਨ ਸਿੰਘ ਸੀ ਤੇ 10,000 ਕਰੋੜ ਰੁਪਏ ਦਾ ਪ੍ਰੀਮੀਅਮ ਸੀ ਤੇ 28,000 ਕਰੋੜ ਕਿਸਾਨਾਂ ਨੂੰ ਵੇਖਦੇ ਹੋ 28,000 ਕਰੋੜ ਰੁਪਏ ਕਿਸਾਨਾਂ ਨੂੰ ਦਿੱਤਾ। ਉਹ ਸੋਇਆਬੀਨ ਦੀ ਫਾਰਮਿੰਗ ਇੱਕ ਡਿਸਟ੍ਰਿਕਟ ਜਿਵੇਂ ਹੁਣ ਆਪਣਾ ਅੰਮ੍ਰਿਤਸਰ ਹੈ, ਉਹ ਉੱਥੇ ਮਹਾਰਾਸ਼ਟਰ 'ਚ ਇੱਕ ਡਿਸਟ੍ਰਿਕਟ ਹੈ 173 ਕਰੋੜ ਪ੍ਰੀਮੀਅਮ, ਠੀਕ ਹੈ। ਤੇ ਕਿਸਾਨ ਨੂੰ ਦਿੱਤਾ 30 ਕਰੋੜ 143 ਜੇਬ 'ਚ ਇੱਕ ਡਿਸਟ੍ਰਿਕਟ। ਸਾਰੀ ਫਸਲ ਮਰ ਗਈ ਸੀ, ਸਾਰੀ ਫਸਲ ਮਰ ਗਈ ਸੋਇਆ ਦੀ, ਦਿੱਤਾ ਉਹਨਾਂ ਨੂੰ ਕੱਖ ਵੀ। ਕੀ ਰੂਲ ਬਣਾਤੇ ਵੀ ਜੇ ਕਿਸੇ ਕਿਸਾਨ ਦੇ ਅੱਗ ਲੱਗ ਜੇ ਤੇ ਉਹਨੂੰ ਉਹਦੇ ਨਿੱਜੀ ਇੰਡੀਵਿਜੂਅਲ ਜਿਹੜਾ ਉਹਦਾ ਆਪਦਾ ਨਿੱਜੀ ਉਹਦੇ ਹਿਸਾਬ ਦੇ ਨਾਲ ਉਹ ਨਹੀਂ ਪੈਸੇ ਨਹੀਂ ਦੇਾਂਗੇ, ਸਾਰੇ ਪਿੰਡ ਨੂੰ ਕਿੰਨਾ ਘਾਟਾ ਪਿਆ ਉਹਦੇ ਹਿਸਾਬ ਨਾਲ ਦੇਖੋ। ਸਾਰੇ ਪਿੰਡ ਦੇ ਖੇਤਾਂ ਦੀ ਐਵਰੇਜ ਕੱਢ ਕੇ, ਸਾਰੇ ਪਿੰਡ ਦੇ ਖੇਤਾਂ ਦੀ ਐਵਰੇਜ ਕੱਢ ਕੇ ਦੇਾਂਗੇ, ਮਤਲਬ ਦੇਣਾ ਕੱਖ ਵੀ ਨਹੀਂ ਤੇ ਲੈਣਾ ਸਭ ਕੁਝ ਹੈ। ਮੈਂ ਤੈਨੂੰ ਕਿਹਾ ਨਾ ਕਿ ਮਤਲਬ ਮਾਲ ਲੋਕਾਂ ਦਾ ਮਸ਼ਹੂਰੀ ਕੰਪਨੀ ਦੀ ਆਹੀ ਕਿਹਾ ਕਰੋ ਖੜ ਕੇ ਸੱਥ ਦੇ ਵਿੱਚ ਨਾ, ਇਹਨੂੰ ਐਂ ਠੋਕੋ। ਮਸ਼ਹੂਰੀ ਤੇ ਪ੍ਰਧਾਨ ਮੰਤਰੀ ਦੇਣ ਦੇ ਹਾਂ ਸ਼ਾਬਾਸ਼ ਓਏ, ਕੱਢ ਕੋਈ ਹੋਰ ਡਾਨੀਆਂ ਬਾਨੀਆਂ ਦਾ ਤੇ ਲਾਸਟ। ਮੈਂ ਹੋਰ ਤੁਹਾਨੂੰ ਗੱਲ ਦੱਸਾਂ, ਦੇਖੋ 17 ਲੱਖ ਕਰੋੜ ਰੁਪਏ ਬੈਂਕਾਂ ਦੇ ਖਾ ਗਏ, ਅੱਟੀ ਸੱਟੀ ਨਾ ਖਾਦੇ ਪੋਲੀਟੀਸ਼ੀਅਨ। ਇੱਕ ਨੂੰ ਫੜਿਆ, ਇੱਕ ਨੂੰ ਟਾਈਮ ਘੂਰੀ ਵੱਟੀ ਸੁਪਰੀਮ ਕੋਰਟ ਨੇ ਤੇ ਟੱਕ ਦੇ ਨੇ ਜਮ੍ਹਾਂ ਕਰਾਏ, ਅੰਬਾਨੀ ਨੇ ਵੀ ਜਮ੍ਹਾਂ ਕਰਾਏ, ਉਹ ਸਾਰੇ ਵਾਲੇ ਨੇ ਵੀ ਕਰਾਏ, ਬਾਕੀਆਂ ਨੇ ਵੀ ਕਰਾਏ, ਠੀਕ ਹੈ ਕਿ ਨਹੀਂ। ਇਹਨਾਂ ਨੇ ਕਿਹਨੂੰ ਨਹੀਂ ਪੜਿਆ ਪੁੜਿਆ। ਹੁਣ ਇਹਨਾਂ ਨੂੰ ਇਹ ਪੁੱਛੇ ਕਿ ਜਦੋਂ ਕੋਈ ਇਸ ਤਰ੍ਹਾਂ ਬੈਂਕ ਲੁੱਟਦਾ ਔਰ ਤੁਸੀਂ ਉਹਦਾ ਕਰਜ਼ਾ ਮਾਫ ਕਰਦੇ, ਇਹਨੂੰ ਕਹਿੰਦੇ ਨੇ ਰੈਵਨਿਊਜ਼ ਫੋਰਗੋਨ। ਇਹ ਪਿਛਲੇ 5 ਸਾਲਾਂ ਦੇ ਵਿੱਚ 6 ਲੱਖ ਕਰੋੜ ਰੁਪਏ ਇਹਨਾਂ ਨੇ ਮਾਫ ਕੀਤਾ। 6 ਲੱਖ ਕਰੋੜ ਰੁਪਈਆ ਮਾਫ, ਮਤਲਬ ਇਹਨਾਂ ਦਾ ਮਾਫ। ਇਹਨਾਂ ਨੂੰ ਇਹ ਪੁੱਛੇ ਜਦੋਂ ਤੁਸੀਂ ਉਹ ਮਾਫ ਕਰਦੇ ਹੋ, ਤੁਸੀਂ ਇਹਨਾਂ ਨੂੰ ਕਹਿੰਦੇ ਹੋ ਵੀ ਇੰਨੀ ਨੌਕਰੀ ਦਿਓਗੇ ਤਾਂ ਮਾਫ ਕਰਾਂਗੇ, ਇੰਨੇ ਜਵਾਨ ਮੁੰਡਿਆਂ ਨੂੰ ਇਦਾਂ ਨੌਕਰੀ ਦੇਵਾਂਗੇ, ਇੰਨੀ ਇੰਪਲੋਇਮੈਂਟ ਦਿਓਗੇ, ਇੰਨਾ ਰੋਜ਼ਗਾਰ ਜਨਰੇਟ ਕਰਾਂਗੇ ਤਾਂ ਦੇਵਾਂਗੇ, ਕੋਈ ਕੰਡੀਸ਼ਨ ਲਾਈਏ? ਕੋਈ ਨਹੀਂ। ਮਤਲਬ ਇਹ ਸਾਰੀਆਂ ਇਹਨਾਂ ਦੀਆਂ ਪਾਲਿਸੀਆਂ ਰਬੜ ਦਾ ਗੁੱਡਾ ਬਣ ਗਈ ਸਰਕਾਰ। ਚਾਬੀ ਇਹ ਦਿੰਦੇ, ਨੀਤੀਆਂ ਇਹ ਬਣਾਉਂਦੇ। ਉਹ ਇੱਕ ਪੁਰਾਣਾ ਸ਼ੇਅਰ ਹੈ, ਦੇਖੋ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਆਉਂਦਾ, ਮੈਂ ਉਰਦੂ ਵੀ ਛੱਡ ਦਿੰਦਾ ਹੁੰਦਾ ਕਈ ਵਾਰ ਹੈ। ਮੈਂ ਮਤਲਬ ਆਪਾਂ ਜੇ ਆਪਾਂ ਅਲਖ ਜਗਾਣੀ ਹੋਵੇ ਜਿਹੜੀ ਕਿਸਾਨ ਜਗਾ ਰਿਹਾ, ਐਵੇਂ ਕੋਈ ਲੀਡਰ ਹੁਣ ਐਵੇਂ ਅੱਗੇ ਪਾਟੇ ਖਾਂ ਬਣਦਾ ਫਿਰ ਉਹ ਜ਼ੀਰੋ ਗੱਲ ਹੈ। ਮਤਲਬ ਅੱਜ ਦਾ ਲੀਡਰ ਕਿਸਾਨ ਹੈ। ਮੈਂ ਤਾਂ ਹੀ ਮਜ਼ਦੂਰ ਤੇ ਕਿਸਾਨ, ਅੱਛਾ ਮਜ਼ਦੂਰ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਵੀ ਦੇਖੋ ਇਹਨਾਂ ਨੇ ਹੋਰਡਿੰਗ ਕਰਨੀ ਲੀਗਲ ਕਰਤੀ ਵੀ ਇੰਨਾ ਤੁਸੀਂ ਰੱਖ ਸਕਦੇ ਹੋ, 100 ਗੁਣਾ ਵੇਚ ਸਕਦੇ ਹੋ ਤੁਸੀਂ। ਜੇ 100 ਗੁਣਾ ਵੇਚ ਸਕਦੇ ਹੋ, ਮਹਿੰਗਾਈ ਦੇਖ ਲਓ, ਦਾਲ ਹੋ ਗਈ 50 ਤੋਂ 150 ਦੀ, 125-30 ਦੀ ਹੋ ਗਈ ਕਿ ਨਹੀਂ? ਬਿਲਕੁਲ ਜੀ ਬਿਲਕੁਲ। ਟਮਾਟਰ 60 ਪਤਾ ਨਹੀਂ ਕਿੰਨਾ ਹੈ, ਰੱਬ ਜਾਣੇ ਕਿੰਨਾ ਹੈ। ਮਟਰ 80 ਵਿਕਦਾ ਸੀ ਅੱਜ ਤੋਂ 15-20 ਦਿਨਾਂ ਪਹਿਲਾਂ, ਹੁਣ ਪਤਾ ਨਹੀਂ ਕਿੰਨੇ ਦਾ ਵਿਕਦਾ, ਠੀਕ ਹੈ 14 ਰੁਪਏ 12 ਹੁਣ ਛੋਟਾ ਹੋ ਗਿਆ। ਹੁਣ ਤੁਸੀਂ ਦੇਖੋ ਜਦੋਂ ਸਪਲਾਈ ਆਉਂਦੀ ਹੈ ਨਾਲ ਦੀ ਨਾਲ ਉਹ ਘਟ ਜਾਂਦਾ। ਤੇ ਤੁਸੀਂ ਮੈਨੂੰ ਐਂ ਦੱਸੋ ਵੀ ਇਹ 3 ਗੁਣਾ ਦਾਲ ਦੇ ਰੇਟ ਵੱਧ ਗਏ, ਲੱਗੀਆਂ ਨਾ ਦਾਲ ਰੋਟੀ ਖਾਓ ਪ੍ਰਭੂ। ਤੇ ਭਾਈ ਦਿਹਾੜੀ ਵਾਲਾ ਜਿਹੜਾ ਮਜ਼ਦੂਰ ਹੈ ਉਹਦੀ ਦਿਹਾੜੀ 300 ਤੋਂ 900 ਹੋਈ ਹੈ।
ਉਹਦੇ ਬਾਰੇ ਸੋਚਿਆ ਕਿ ਨਹੀਂ ਕਿਉਂ ਬਈ ਬਿਲਕੁਲ ਸੋਚਿਆ ਕਿ ਨਹੀਂ ਤਾਂ ਉਹ ਸ਼ੇਰ ਭੁੱਲ ਗਿਆ ਸੀ ਮੈਂ ਸ਼ੇਰ ਹੁਣ ਕੱਢ ਦਿੰਦਾ ਵਿੱਚੋਂ ਪਟਾਰੇ ਚੋਂ ਇਹ ਕਰੰਟ ਪੂਰਾ ਇਹਦਾ ਉਹ ਕਹਿੰਦੇ ਵਤਨ ਕੀ ਫਿਕਰ ਕਰ ਐ ਨਾ ਵੀ ਆਪਾਂ ਆਪਣੇ ਵਤਨ ਦੀ ਫਿਕਰ ਕਰੀਏ वतन की फिक्र कर मा ए नादां मुसीबत आने वाली आई खड़ी है मुसीबत तेरी बर्बादियों के मशवरे आसमानों में है थोड़ियां बर्बादियां दे मशवरे ते आसमान ने जे ना संभलोगे तो मिट जाओगे पंजाब वालों तुम्हारी दास्तां तक ना होगी दास्तां ਇਹ ਆਪਣੀ ਹੋਣ ਦੀ ਲੜਾਈ ਮਿੱਤਰਾ ਇਹ ਤੇ ਬੈਟਲ ਆਫ ਐਗਜ਼ਿਸਟੈਂਸ ਹੈ ਵੀ ਜਾਂ ਅਸੀਂ ਜਾਂ ਉਹ ਕਹਿੰਦੇ ਨੇ ਜਾਂ ਟਾਂਡੇ ਵਾਲੀ ਰਹੂ ਜਾਂ ਭਾਂਡੇ ਵਾਲੀ ਰਹੂ ਬਿਲਕੁਲ ਬਿਲਕੁਲ ਇਹ ਹੋਇਆ ਟਾਂਡੇ ਵਾਲੀ ਰਹੂ ਨਾ ਕੀ ਸੀ ਪਤਾ ਉਹ ਸੁਣਾ ਦਿਆਂ ਰਹਿਣ ਦੇ ਉਹ ਇੱਕ ਵਿਚਾਰਾ ਕੁਮਾਰ ਦੇਖ ਮਿੱਤਰਾ ਤੂੰ ਹੁਣ ਇੰਨੀਆਂ ਵਧੀਆ ਵਧੀਆ ਗੱਲਾਂ ਕਰ ਰਿਹਾ ਵਿੱਚ ਥੋੜਾ ਮੋਟਾ ਮਾਹੌਲ ਵੀ ਉਹ ਕਰ ਦਈਏ ਇਹ ਤਾਂ ਸੱਤ ਦਾ ਮਾਹੌਲ ਹੈ ਹਾਂ ਸੱਤ ਦੇ ਮਾਹੌਲ ਮਿੱਟੀ ਚ ਆ ਰਹੀ ਗੱਲ ਮੈਂ ਤੇ ਦੇਖੋ ਸੱਥਾਂ 'ਚ ਹੀ ਵੱਡੇ ਹੋਏ ਆ ਅਸੀਂ ਉਹ ਕੁਮਾਰ ਸੀ ਉਹਨੇ ਕੁੜੀਆਂ ਤੋਂ ਵਿਆਹ ਤੀ ਇੱਕ ਦਾ ਟਾਂਡਿਆਂ ਦਾ ਉਹ ਸੀਗਾ ਉਹ ਬਣਾ ਬੁਣਕਰ ਕਰਦੇ ਹੁੰਦੇ ਤੇ ਇੱਕ ਭਾਂਡਿਆਂ ਵਾਲੀ ਇਹਦੇ 6 ਮਹੀਨੇ ਬੀਤੇ ਤੇ ਘਰ ਵਾਲੀ ਕਹਿੰਦੀ ਇਹ ਖਬਰ ਲੈ ਕੇ ਆਓ ਉਹਨਾਂ ਨੇ ਕਹਿੰਦਾ ਭਾਗਵਾਨ ਨੇ ਜਾਂਦਾ ਚੰਗਾ ਕਹਿੰਦਾ ਨਹੀਂ ਜਾਓ ਸਵੇਰੇ ਜਾਇਓ ਸ਼ਾਮ ਨੂੰ ਆਜੋ ਨਹੀਂ ਠੀਕ ਉਹ ਜਦੋਂ ਟਾਂਡਿਆਂ ਵਾਲੇ ਕੋਲ ਗਏ ਉਹ ਕਹਿੰਦੀ ਟਾਂਡੇ ਪੱਕੇ ਨਹੀਂ ਬਾਪੂ ਬਾਰਿਸ਼ ਦੀ ਦੁਆ ਕਰ ਵੀ ਜੇ ਤਾਂ ਬਾਰਿਸ਼ ਹੋ ਜੂਗੀ ਨਾ ਤਾਂ ਬਚ ਰਹਾਂਗੇ ਜੇ ਬਾਰਿਸ਼ ਨਾ ਹੋਈ ਤਾਂ ਬਚਾਂਗੇ ਨਹੀਂ ਉਹ ਕਹਿੰਦਾ ਚੰਗਾ ਪੁੱਤ ਵਾਹਿਗੁਰੂ ਨੂੰ ਅਰਦਾਸ ਹੈ ਵੀ ਮੀਂਹ ਵਰੇ ਤੇ ਟਾਂਡੇ ਪੱਕਣ ਉਹ ਕਹਿੰਦੀ ਠੀਕ ਹੈ ਬਾਪੂ ਲਓ ਜੀ ਉਹ ਰੋਟੀ ਰਾਟੀ ਖਾਧੀ ਦੂਜੀ ਤੇ ਚਲੇ ਗਏ ਉਹ ਜਦੋਂ ਦੂਜੀ ਬੈਠੀ ਤੇ ਦੂਜੀ ਕਹਿੰਦੀ ਬਾਪੂ ਬੜਾ ਕੰਮ ਖਰਾਬ ਹੋ ਗਿਆ ਕੀ ਹੋ ਗਿਆ ਪੁੱਤ ਕੀ ਹੋ ਗਿਆ ਨਹੀਂ ਬਾਪੂ ਜੇ ਕਿਤੇ ਮੀਂਹ ਆ ਗਿਆ ਨਾ ਮੇਰੇ ਭਾਂਡੇ ਗਿੱਲੇ ਤੇ ਜੇ ਕਿਤੇ ਮੀਂਹ ਆ ਗਿਆ ਬਾਪੂ ਅਰਦਾਸ ਕਰਕੇ ਪਿੱਛੇ ਜੇ ਕਿਤੇ ਮੀਂਹ ਆ ਗਿਆ ਤਾਂ ਮੇਰੇ ਭਾਂਡੇ ਗਿੱਲੇ ਆ ਇਹ ਰੁੜ ਜਾਣਗੇ ਉਹ ਛਛੋਪਨ ਚ ਪੈ ਗਿਆ ਐ ਕਦੇ ਐ ਕਰੇ ਉਹ ਕਹਿੰਦੀ ਕੀ ਹੋਇਆ ਬਾਪੂ ਕਹਿੰਦਾ ਕੁਛ ਨਹੀਂ ਰੋਟੀ ਨਹੀਂ ਖਾਧੀ ਕੁਛ ਨਹੀਂ ਖਾਧਾ ਤੁਰ ਗਿਆ ਉੱਥੇ ਘਰੇ ਆਇਆ ਐ ਜੀ ਕਰਕੇ ਰੋਲ ਜਾ ਹੋ ਕੇ ਪੈ ਗਿਆ ਘਰ ਵਾਲੀ ਕਹਿੰਦੀ ਕੀ ਹੋ ਗਿਆ ਸੁਣ ਜਾ ਹੋ ਕੇ ਬਹਿ ਗਿਆ ਨਾ ਭਾਗਵਾਨ ਮੈਂ ਨਹੀਂ ਕੁਛ ਕਹਿਣਾ ਉਹ ਕਹਿੰਦੀ ਦੱਸ ਤਾਂ ਸਹੀ ਕੀ ਹੋ ਗਿਆ ਹੁਣ ਘਰ ਵਾਲੀ ਵੀ ਚੱਲਦੀ ਹੈ ਕਹਿੰਦੀ ਦੱਸ ਤਾਂ ਸਹੀ ਕੀ ਹੋ ਗਿਆ ਕਹਿੰਦੇ ਭਾਗਵਾਨ ਨੇ ਗੱਲ ਇਦਾਂ ਜਾਂ ਤਾਂ ਟਾਂਡਿਆਂ ਵਾਲੀ ਹੈ ਨਹੀਂ ਜਾਂ ਭਾਂਡਿਆਂ ਵਾਲੀ ਗੱਲ ਸਮਝ ਲਓ ਹੁਣ ਜਾਂ ਇਹ ਹੈ ਨਹੀਂ ਜਾਂ ਫਿਰ ਆਪਾਂ ਹੈ ਨਹੀਂ ਗੱਲ ਤੇ ਮੋਦੀ ਹੈ ਨਹੀਂ ਇਹ ਇੱਕ ਗੱਲ ਯਾਦ ਰੱਖਣਾ ਜਿੱਥੇ ਪੰਜਾਬੀ ਕੌਮ ਇੱਕਜੁੱਟ ਹੋ ਕੇ ਖੜ ਗਈ ਮਜਾਲ ਕੀ ਆ ਨਾ ਮੱਸਾ ਰੰਗੜ ਖੜਿਆ ਨਾ ਅਹਿਮਦ ਸ਼ਾਹ ਖੜਿਆ ਕੋਈ ਨਹੀਂ ਖੜਿਆ ਸਾਡੇ ਅੱਗੇ ਇਹ ਜਿਹੜੀ ਅਲਖ ਹੈ ਨਾ ਇਹ ਜਗਾਤੀ ਹੈ ਕਿਸਾਨ ਮੈਂ ਤੇ ਧੰਨਵਾਦੀਆਂ ਰੋਮ ਰਿਣੀ ਆ ਮੈਂ ਕਹਿੰਦਾ ਵੱਟ ਕੱਢ ਦਿੱਤੇ ਆ ਟਾਇਰ ਕੱਢ ਲਿਆ ਇਹ ਤੇ ਭਾਜੀ ਉੱਥੇ ਜਾ ਕੇ ਜਦੋਂ ਜਿਹੜੀ ਕੌਮ ਦਾ ਸੂਰਜ ਨਹੀਂ ਡੁੱਬਦਾ ਇਹ ਕਿਹੜੇ ਬਾਜ ਦੀ ਮੂਲੀ ਤੇ ਭਾਰਤ ਦੇ ਵਿੱਚ ਇੱਥੇ ਰੱਖ ਮੂਲੀਆਂ ਨਹੀਂ ਪੱਟੀ ਪੈਣੀ ਨੂੰ ਹੈ ਇੱਕ ਗੱਲ ਹੋਰ ਸੀ ਜੀ ਹੁਣ ਨਾ ਮੰਨ ਲਓ ਤਾਂ ਮੈਂ ਦੱਸਦਾ ਜਿਹੜਾ ਪਾਕਿਸਤਾਨ ਦੀ ਟ੍ਰੇਡ ਤੋਂ ਆਪਾਂ ਗੱਲ ਕੀਤੀ ਸੀ ਪਹਿਲਾਂ ਟ੍ਰੇਡ ਜਿਹੜਾ ਹੈਗਾ ਜਦੋਂ ਚੱਲਦਾ ਹੈਗਾ ਸਾਡੇ ਇੱਥੋਂ ਸਮਝ ਲਓ ਵੀ 160 ਕਿਲੋਮੀਟਰ ਆ ਠੀਕ ਹੈ ਜਿੱਥੋਂ ਨਮਕ ਅਸੀਂ ਨਮਕ ਪਕਾਉਂਦੇ ਬੇਟਾ ਇਹ ਉਜ਼ਬੇਕਿਸਤਾਨ ਕਜ਼ਾਕਿਸਤਾਨ ਅੱਗੇ ਜਾ ਕੇ ਸਿਲਕ ਰੂਟ ਕਹਿੰਦੇ ਹੁਣ ਕੀ ਹੋ ਰਿਹਾ ਜੀ ਹੁਣ ਲਾਹੌਰ ਤੋਂ ਜਾਂਦਾ ਕਰਾਚੀ 1300 ਕਿਲੋਮੀਟਰ ਉੱਥੋਂ ਦੁਬਈ ਤੋਂ ਫਿਰ ਮੁੰਦਰਾ ਉੱਥੇ ਮੁੰਬਈ ਕਲੀਅਰ ਨਹੀਂ ਕਰਦੇ ਮੁੰਬਈ ਕਲੀਅਰ ਕਰਾਉਣਾ ਤੇ ਤੁਹਾਨੂੰ $45 ਤੇ ਕਲੀਅਰ ਕਰਾਉਣਾ ਪਊਗਾ ਮੁੰਦਰਾ ਅਡਾਨੀ ਦੀ ਪੋਰਟ ਤੇ ਕਰਾਓ ਕਹਿੰਦੇ $40 ਜਾਊਗਾ ਹਾਂ ਇਸੇ ਕਰਕੇ ਤਾਂ 61% ਵੈਲਥ ਵੱਧ ਗਈ ਉਹਦੀ ਉਹ ਸਾਰਾ ਜਿਹੜਾ ਮਾਲ ਹੈ ਉਹ ਅਡਾਨੀ ਦੀ ਪੋਰਟ ਤੇ ਕਲੀਅਰ ਹੋ ਰਿਹਾ ਕਿਉਂਕਿ 300% ਦਾ ਡਿਊਟੀ ਆ ਬਾਰਡਰ ਤੇ ਬੰਦਾ $5 ਘੱਟ ਦੇ ਹੁੰਦੇ ਆ ਸਾਰੇ ਅਡਾਨੀ ਦੀ ਪੋਰਟ ਤੇ ਹੁੰਦੇ ਆ ਉੱਥੇ ਵੀ ਅਡਾਨੀ ਨੂੰ ਫਾਇਦਾ ਸਾਰੇ ਕੁੰਮ ਕਮਾ ਕੇ ਅਡਾਨੀ ਅੰਬਾਨੀ ਬਸ ਉਹਨਾਂ ਦਾ ਕੋਈ ਫਾਇਦਾ ਕਰਦੇ ਆ ਪ੍ਰਧਾਨ ਜਿਵੇਂ ਸਿੱਧੂ ਸਾਹਿਬ ਕਹਿ ਰਹੇ ਨਾ ਰੈਵਨਿਊ ਪ੍ਰੋਗਰਾਮ ਜਦੋਂ ਸਰਕਾਰ ਲੱਖਾਂ ਕਰੋੜ ਰੁਪਇਆ ਇਹਨਾਂ ਨੂੰ ਹਰ ਸਾਲ ਬਜਟ ਵਿੱਚ ਛੱਡਦੀ ਹੈ ਤੇ ਸਰਕਾਰ ਕਹਿੰਦੀ ਹੈ ਇਹ ਤਾਂ ਜੀ ਅਸੀਂ ਦੇਸ਼ ਦੀ ਤਰੱਕੀ ਵਾਸਤੇ ਇਨਸੈਂਟਿਵ ਦੇ ਰਹੇ ਹਾਂ ਜੀ ਇਹ ਇਹਨਾਂ ਦਾ ਭਲਾ ਕਰ ਰਹੇ ਹਾਂ ਜਦੋਂ ਕਿਸਾਨ ਨੂੰ 5 ਰੁਪਏ ਵੀ ਛੱਡਣੇ ਹੁੰਦੇ ਨੇ ਜਾਂ ਕਿਸੇ ਨੂੰ ਸਸਤਾ ਅੰਨ ਦੇਣਾ ਹੁੰਦਾ ਉਹ ਕਹਿੰਦੇ ਸਬਸਿਡੀ ਹੈ ਜੀ ਇਹਨੂੰ ਰਿਫਾਰਮ ਕਰੋ ਜੀ ਨਹੀਂ ਤਾਂ ਦੇਸ਼ ਡੁੱਬ ਜਾਣਾ ਇਹਨੂੰ ਰਿਫਾਰਮ ਕਰੋ ਜੀ ਇੱਥੇ ਪਾਲਿਸੀ ਨਾ ਮੈਨੂੰ ਨਾ ਚਾਚੀ ਤੁਹਾਡੀ ਇੱਕ ਗੱਲ ਯਾਦ ਆ ਗਈ ਜਦੋਂ ਆਪਾਂ ਇਹ ਸਾਰੀ ਮੁਸ਼ਕਿਲ ਨੂੰ ਦੇਖਦੇ ਹਾਂ ਤੇ ਤੁਸੀਂ ਇੱਕ ਬੜੀ ਪਿਛਲੇ ਮਹੀਨਿਆਂ 'ਚ ਗੱਲ ਕਰ ਰਹੇ ਹੋ ਕਿ ਇੱਥੋਂ ਖੁਦਮੁਖਤਾਰੀ ਦੀ ਰਾਹ ਕੀ ਹੈ ਫਿਰ ਆਪਾਂ ਇਹੋ ਜਿਹਾ ਕੀ ਕਰੀਏ ਕਿ ਕਿਸਾਨ ਜਿਹੜੀਆਂ ਇਹ ਤਾਕਤਾਂ ਪੂੰਜੀਪਤੀਆਂ ਦੇ ਹੱਥ ਦੇ ਰਹੇ ਨੇ ਉਹ ਕਿਸਾਨ ਦੇ ਹੱਥ ਕਿਵੇਂ ਆਣ ਕਿ ਪਾਂਡਿਆਂ ਵਾਲੀ ਦੇ ਉੱਪਰ ਛੱਡ ਪੈ ਜੇ ਤੇ ਟਾਂਡਿਆਂ ਵਾਲੀ ਨੂੰ ਉਹਦਾ ਫਰਟੀਲਾਈਜ਼ਰ ਮਿਲਦੇ ਰਹੇ ਤੇ ਮਾਰਕੀਟ ਮੰਡੀ ਮਿਲਦੀ ਰਹੇ ਉਹ ਦੋਨੋਂ ਕਿਵੇਂ ਬਚਣ ਉਹ ਆਪਾਂ ਕਿਸ ਤਰ੍ਹਾਂ ਆਪਾਂ ਛੋਟੇ ਛੋਟੇ ਕਿਸਾਨ ਇਕੱਠੇ ਹੋ ਕੇ ਜਿਵੇਂ ਦੁੱਧ ਦੇ ਕੋਆਪਰੇਟਿਵ ਬਣਾਏ ਅਮੂਲ ਵਾਲਿਆਂ ਨੇ ਦੇਖ ਲਓ ਕਿ ਇਹੀ ਜਿਹੜੇ ਚੀਜ਼ਾਂ ਲੈ ਕੇ ਆ ਰਹੇ ਨੇ ਇਹਦੇ ਵਿੱਚ ਜੇ ਕਿਸਾਨ ਕੋਲ ਤਾਂ ਹੋਲਡਿੰਗ ਕੈਪੈਸਿਟੀ ਨਹੀਂ
ਤੁਹਾਡੇ ਕੋਲ ਅੱਜ ਫਸਲ ਰੱਖਣ ਦੀ ਕਪੈਸਿਟੀ ਨਹੀਂ ਨਾ ਜੀ ਇਹਨਾਂ ਕੋਲੇ ਤਾਂ ਕੋਲਡ ਸਟੋਰੇਜ ਨੇ ਇਸੇ ਕਰਕੇ ਉਹ 3 ਰੁਪਏ ਟਮਾਟਰ ਦੇ ਕੇ ਆਉਂਦਾ 5 ਰੁਪਏ ਚ ਮਟਰ ਦੇ ਕੇ ਆਉਂਦਾ ਇਹ ਵੇਚਦੇ 60 ਚ ਹਾਂਜੀ। ਤੇ ਉੱਥੇ ਲਾਉਂਦੇ ਆ ਅਮਰੀਕਨ ਪੁੱਟਾ ਬਿਲਕੁਲ ਤੇ ਆਪਾਂ ਮੱਕੀ ਨੂੰ 1800 ਨੂੰ ਦਿੰਦੇ 800 ਚ ਨਹੀਂ ਦਿੰਦਾ। ਹਰੀ ਕ੍ਰਾਂਤੀ ਨੇ ਪੰਜਾਬ ਨੂੰ ਡੁੱਬਿਆ ਜੀ। ਇਹ ਆਰਗੈਨਿਕ ਖੇਤੀ ਹੁੰਦੀ ਔਰ ਉਹਦੇ ਨਾਲ ਹੀ ਨਾ ਵੀ ਪੈਦਾਵਾਰ ਘੱਟ ਹੁੰਦੀ, ਲੋਕਾਂ ਨੂੰ ਮਿਆਰੀ ਚੀਜ਼ ਮਿਲਦੀ ਤੇ ਰੇਟ ਵੀ ਬਣਿਆ ਰਹਿੰਦਾ। ਮੈਂ ਕਿਹਾ ਬਿਲਕੁਲ ਠੀਕ, ਬਿਲਕੁਲ ਠੀਕ ਹੈ। ਮੈਂ ਕਹਿੰਦਾ ਬਿਲਕੁਲ ਠੀਕ ਹੈ। ਇਹ ਤੂੰ ਬੇਟਾ ਐਂ ਸਰਦਾਈ ਪੀਂਦਾ ਰਿਹਾ ਕਰੋ। ਨਹੀਂ ਇਹ ਵੀ ਇਹਨੇ ਦੀ ਵੀ ਨਹੀਂ ਹਾਂ ਨਹੀਂ ਬੰਨੇ ਕਰਦੇ ਆ ਪਿੰਨੀਆਂ ਇਹਨਾਂ ਦੀਆਂ ਨਾ ਲਿਆਓ ਯਾਰ ਅਲਸੀ ਲਿਆਓ, ਅਲਸੀ ਕਿੱਥੇ ਯਾਰ ਕਮਾਲ ਕਰਦੀ। ਲੱਭੀ ਮੈਂ ਇਹਨੂੰ, ਜਾਂਦੇ ਲੱਭੀ ਮੈਂ ਅੱਜ ਜਾਂਦੇ ਹੀ ਅਲਸੀ ਚੱਬਦਾ। ਮੈਂ ਬੜਾ ਖੁਸ਼ ਹਾਂ ਆ ਮੁੰਡਾ ਜਿਵੇਂ ਆਹ ਤਿੰਨੇ ਨੇ ਇਹ ਮਤਲਬ ਇਹੋ ਜਿਹੇ ਦੋ ਮੁੰਡੇ ਹੀ ਹੋਣ ਸੱਥ 'ਚ ਬੈਠੇ ਹੋਣ ਕਿਤੇ ਹੋਰ, ਉਹ ਪੂਰੀ ਤਰ੍ਹਾਂ ਆਪਣੀ ਕਿਸਾਨੀ ਨੂੰ ਰਾਹ ਦੇ ਜੀ ਹੈਗੇ ਨੇ ਪੰਜਾਬ ਦੇ ਪਿੰਡ ਹੈਗੇ ਨੇ, ਬਸ ਸਰਕਾਰ ਹੱਥ ਫੜੇ ਉਹਨਾਂ ਦਾ। ਸਰਕਾਰ ਉਹਨਾਂ ਹੁਣ ਇਹਨਾਂ ਨੇ ਜਿੰਨੀ ਸੱਚ ਗੱਲ ਬੋਲੀ ਹਰੀ ਕ੍ਰਾਂਤੀ ਬਾਰੇ, ਹਰੀ ਕ੍ਰਾਂਤੀ ਪੰਜਾਬ ਨੂੰ ਤਾਂ ਲੋੜ ਨਹੀਂ ਸੀ। ਪੰਜਾਬ ਦਾ 5 ਸਾਲ ਤੋਂ ਖੇਤੀ ਰੋਟੀ ਖਾ ਰਿਹਾ, ਪੂਰੇ ਦੇਸ਼ ਦਾ ਢਿੱਡ ਭਰਨ ਕੀਤੀ। ਬੇਟਾ ਜੇ ਨਹੀਂ ਫੜਦਾ ਨਾ ਹੱਥ ਤੇ ਬਾਬੇ ਨਾਨਕ ਤੋਂ ਉੱਤੇ ਤੇ ਕੋਈ ਨਹੀਂ, ਆਪਣਾ ਹੱਥੀ ਆਪਣਾ ਆਪੇ ਹੀ ਕਰ ਸਵਾਰੀਏ ਗੱਲ ਤੇ ਆ ਹੈ। ਇੱਥੇ ਮੁੰਡੇ ਮੈਂ ਤੇ ਉਦੋਂ ਨਾ ਬੋਲਦਾ, ਪਹਿਲੇ ਦਿਨ ਤੋਂ ਬੋਲਦਾ ਨਹੀਂ ਬੋਲਦਾ। ਉਹ ਭਾਜੀ ਉਹਦੇ 'ਚ ਵੀ ਪ੍ਰੋਬਲਮ ਇੱਕ ਆਉਂਦੀ ਨਾ, ਮੰਨ ਲਓ ਜੇ ਇੱਕ ਬੰਦਾ ਆਰਗੈਨਿਕ ਖੇਤੀ ਕਰਦਾ ਨਾ, ਉਹਦੀ ਮਾਰਕੀਟ ਹੈ ਨਹੀਂ। ਮਾਰਕੀਟ ਇਦਾਂ ਕਿਉਂਕਿ ਲੋਕ ਕੀ ਕਰਦੇ ਆ, ਮੰਡੀ 'ਚੋਂ ਖਰੀਦਦੇ ਆ, ਆਰਗੈਨਿਕ ਕਹਿ ਕੇ ਵੇਚ ਦਿੰਦੇ। ਲੋਕਾਂ ਦਾ ਵਿਸ਼ਵਾਸ ਜਿਹੜਾ ਟੁੱਟ ਜਾਂਦਾ ਖਰੀਦਣ ਵਾਲੇ ਦਾ ਵੀ। ਠੀਕ ਹੈ, ਜਿਹੜੇ ਅਸਲੀ ਆਰਗੈਨਿਕ ਖੇਤੀ ਕੀਤੀ ਹੁੰਦੀ ਆ ਉਹਨੂੰ ਮੁੱਲ ਨਹੀਂ ਮਿਲਦਾ। ਉਹਦੇ ਲਈ ਜਾਂ ਤਾਂ ਇਦਾਂ ਦਾ ਹੋਣਾ ਚਾਹੀਦਾ ਕਿ ਵੀ ਟੈਸਟਿੰਗ ਹੋਵੇ, ਉਸੇ ਨੂੰ ਪਤਾ ਲੱਗ ਜੇ ਕਿ ਵੀ ਹਾਂ ਇਹ ਵਾਕਿਆ 'ਚ ਕੋਈ ਪੈਸਟੀਸਾਈਡ ਨਹੀਂ, ਆਰਗੈਨਿਕ ਹੈ, ਜਾਂ ਸਰਕਾਰ ਵੱਲੋਂ ਕੋਈ ਇਹੋ ਜਿਹਾ ਟੈਗ ਨਹੀਂ ਨਹੀਂ ਸਰਕਾਰ ਬਾਹ ਫੜੇ, ਜਿੱਦਨ ਸਰਕਾਰ ਨੇ ਬਾਹ ਫੜ ਲਈ ਬਦਲ ਜੂ। ਜੀ ਬੜਾ ਹੀ ਸਿੰਪਲ ਹੈ। ਦੇਖੋ ਦੋ ਗੱਲਾਂ ਇਹਦੇ ਅੰਦਰ। ਪਹਿਲੀ ਗੱਲ ਤਾਂ ਜਦੋਂ ਆਪਾਂ ਕੰਟਰੈਕਟ ਫਾਰਮਿੰਗ ਨੂੰ ਦੇਖਦੇ ਹਾਂ, ਉਹ 'ਚ ਆਪਾਂ ਦੋ ਬੰਦੇ ਦੇਖਦੇ ਹਾਂ, ਇੱਕ ਉਹ ਜਿਹੜਾ ਕੰਟਰੈਕਟ ਲੈ ਕੇ ਆਊ, ਇੱਕ ਜਿਹੜਾ ਕਿਸਾਨ ਉਹਨਾਂ ਕੰਟਰੈਕਟ ਕਰੂ। ਠੀਕ ਹੈ, ਕਿਸਾਨ ਦੇ ਹੱਥ ਕੁਛ ਨਹੀਂ, ਕਿਸਾਨ ਕੋਲ ਤਾਂ ਇੱਕ ਦਿਨ ਦੀ ਹੋਲਡਿੰਗ ਕੈਪੈਸਿਟੀ ਨਹੀਂ, ਕਿਸਾਨ ਨੂੰ ਬੀਜ ਵੀ ਉਹਨੇ ਦੇਣਾ, ਕਹਿਣਾ ਵੀ ਉਹਨੇ। ਕਿਸਾਨ ਹੈ 1 ਏਕੜ ਵਾਲਾ, ਉਹ ਉਹਦੇ ਕੋਲ ਹਜ਼ਾਰਾਂ ਲੱਖਾਂ ਕਰੋੜ, ਉਹਦਾ 1 ਏਕੜ ਡੁੱਬੀ ਉਹਨੂੰ ਫਰਕ ਨਹੀਂ ਪੈਂਦਾ। ਜਦ ਮਰਜੀ ਤੋੜਦੇ ਕੰਟਰੈਕਟ, ਜਦੋਂ ਤੋੜਦੇ ਅभी ਤੁਹਾਡੇ ਬੀਜ ਠੀਕ ਨਹੀਂ ਕੰਟਰੈਕਟ ਤੋਂ ਦੋ ਬੰਦੇ ਕੰਟਰੈਕਟ ਕਰਦੇ ਹੋ, ਉਦੋਂ ਪਾਵਰਾਂ ਉਹਦੇ ਕੋਲ ਚਲੀ ਜਾਂਦੀਆਂ। ਹੋਣਾ ਕੀ ਚਾਹੀਦਾ ਹੈ ਕਿ ਅਸਲ ਵਿੱਚ ਸਿੰਗਲ ਲੀਗਲ ਐਂਟੀਟੀ ਹੋਣੀ ਚਾਹੀਦੀ ਹੈ ਕਿਸਾਨ ਦੀ, ਜਿਹੜਾ ਉਗਾਏ ਤੇ ਆਪ ਵੇਚੇ। ਸਰਕਾਰ ਇੱਕ ਮਾਰਕੀਟਿੰਗ ਸਟ੍ਰੈਟਜੀ ਦੇਵੇ, ਹੋਲਡਿੰਗ ਕੈਪੈਸਿਟੀ ਦੇਵੇ, ਕੋਲਡ ਸਟੋਰੇਜ ਬਣਾਵੇ। ਤੇ ਅੱਜ ਯੂਨੀਅਨਾਂ ਇੰਨੀਆਂ ਤਾਕਤਵਰ ਹੋ ਕੇ ਇੰਨੇ ਲੋਕਾਂ ਨੇ ਕੀਤੀਆਂ ਕਿ ਅਸੀਂ ਸਿਆਸਤਦਾਨਾਂ ਦੇ ਪਿੱਛੇ ਲੱਗਣ ਦੀ ਜਗ੍ਹਾ ਅੱਜ ਯੂਨੀਅਨ ਦੇ ਨਾਮ ਤੇ ਚੱਲਦੇ। ਕੋਈ ਸਿਆਸਤ ਦਾ ਝੰਡਾ ਚੱਕ ਕੇ ਸਾਨੂੰ ਦਬਾਉਣਾ ਆਸਾਨ ਹੈ, ਸਾਨੂੰ ਕਹਿਣਾ ਆਸਾਨ ਹੈ ਵੀ ਇਹ ਕਾਂਗਰਸੀ ਨੇ ਤੇ ਐ ਨੇ ਜੀ, ਪਰ ਜੇ ਅਸੀਂ ਲੋਕਾਂ ਦੀ ਆਵਾਜ਼ ਚੱਕਾਂਗੇ ਤਾਂ ਸਾਨੂੰ ਦੱਬਣਾ ਮੁਸ਼ਕਿਲ ਹੈ। ਹੁਣ ਲੋਕ ਇਕੱਠੇ ਹੋ ਗਏ ਨੇ ਪਿੰਡ ਚੋਂ, ਜੇ ਉਹ ਲੋਕਾਂ ਨੂੰ ਇਕੱਠੇ ਕਰਕੇ ਅੱਜ ਪਿੰਡ ਵਿੱਚ ਤੁਸੀਂ ਦੇਖ ਲਓ, ਪੰਚਾਇਤ ਨੂੰ ਛੱਡ ਕੇ ਕਿਸਾਨ ਦੀ ਬਾਹ ਫੜਨ ਨੂੰ ਕੋਈ ਚੀਜ਼ ਨਹੀਂ ਹੈਗੀ। ਜੇ ਉਹ ਇੱਕ ਕੋਆਪਰੇਟਿਵ ਹੋਣ ਪਿੰਡਾਂ 'ਚ, ਇਕੱਠੇ ਹੋ ਜਾਣ, ਇਕੱਠੇ ਹੋਣ, ਇਹੀ ਸੰਘਰਸ਼ ਤੋਂ ਨਿਕਲੇ। ਸਰਕਾਰ ਇਹਨੂੰ ਮਾਰਕੀਟਿੰਗ ਇਹ ਫਿਰ 2 ਏਕੜ ਵਾਲਾ ਤੇ 50 ਏਕੜ ਵਾਲਾ ਇਕੱਠਾ ਹੈ। ਜਿਵੇਂ ਹੁਣ ਅਮੂਲ ਹੈ, ਵੇਰਕਾ ਯਾਰ, ਆਪਾਂ ਅਮੂਲ ਕਿਉਂ ਜਾਂਦੇ ਆ, ਆਪਾਂ ਵੇਰਕੇ ਜਾਓ। ਵੇਰਕੇ ਜਿਹੜਾ ਕਿਲੋ ਦੁੱਧ ਪਾਉਂਦਾ ਤੇ ਜਿਹੜਾ 50 ਕਿਲੋ ਦੁੱਧ ਪਾਉਂਦਾ ਇੱਕੋ ਹੀ ਰੇਟ। ਐਵੇਂ ਹੀ 2 ਏਕੜ ਵਾਲੇ ਨੂੰ ਤੇ ਐਵੇਂ ਹੀ 40 ਏਕੜ ਵਾਲੇ ਨੂੰ ਇੱਕੋ ਹੀ ਰੇਟ। ਜਦੋਂ ਤੁਸੀਂ ਇਕੱਠੇ ਹੋ ਗਏ ਤੇ ਮਜਾਲ ਕੀ ਚਾਨਣ ਮਨਾਰਾ ਹੋ ਗਿਆ ਫਿਰ ਏਕਤਾ। ਪੰਜਾਬ ਸਰਕਾਰ ਤੇ ਕਿਸਾਨ ਜੁੜ ਜਾਣ ਨਾ, ਇਹ ਮਾਰਕੀਟਿੰਗ ਹੁਣ ਆਰਗੈਨਿਕ ਹੈ, 16% ਤੇ ਦੁਨੀਆ ਗਰੋ ਕਰ ਰਹੀ ਹੈ, ਪਰ ਆਪਾਂ ਨੂੰ ਰਾਹ ਤਾਂ ਪਾਇਆ ਨਹੀਂ ਕਿਸੇ ਨੇ। ਪਾਇਆ ਨਹੀਂ ਪਾਇਆ ਆਪਾਂ ਨੂੰ ਤਾਂ ਉਹੀ ਰਾਹ ਪਾਇਆ ਮੈਂ ਕਿਹਾ ਜੇ ਮਤਲਬ ਸਿਸਟਮ ਮਾਰਕੀਟਿੰਗ ਦਾ ਬਣਾਵੇ ਸਰਕਾਰ, ਔਰ ਸਰਕਾਰ ਆਪ ਟ੍ਰੇਡਿੰਗ ਦੇ ਵਿੱਚ ਮਦਦ ਕਰੇ, ਗੱਲ ਨੂੰ ਸਮਝੋ, ਔਰ ਕੋਲਡ ਸਟੋਰੇਜ ਦੇਵੇ ਤੇ ਕੋਆਪਰੇਟਿਵ ਬਣਾਵੇ। ਮੈਂ ਕਹਿੰਦਾ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ। ਬਿਨਾਂ ਸਰਕਾਰ ਦੀ ਹੈਲਪ ਦੇ ਚੱਲ ਨਹੀਂ ਸਕਦਾ। ਅੰਮ੍ਰਿਤਸਰ ਡਿਸਟ੍ਰਿਕਟ 'ਚ ਮੇਰੇ ਹਿਸਾਬ ਨਾਲ ਸਭ ਨੂੰ ਜ਼ਿਆਦਾ ਵੱਡੇ ਲੈਵਲ ਤੇ ਮੈਂ 12-13 ਏਕੜ 'ਚ ਆਰਗੈਨਿਕ ਫਾਰਮਿੰਗ ਕਰਦਾ ਹਾਂ। ਅੱਛਾ, ਮੈਂ ਆਪਣਾ ਸਾਰਾ ਕੰਮ ਉਹਦਾ ਮਾਰ ਲਾ। ਇਹਦੇ ਵਿੱਚ ਲੇਬਰ ਇੰਨੀ ਕਿ ਜ਼ਿਆਦੀ, ਬਹੁਤ ਜ਼ਿਆਦੀ। ਜਿੰਨੇ ਚਿਰ ਸਰਕਾਰ ਇਹਦੇ ਵਿੱਚ ਬਾਹਰ ਨਹੀਂ ਫੜਦੀ, ਆਪਾਂ ਸਰਵਾਈਵ ਨਹੀਂ ਕਰ ਸਕਦੇ। ਜੇ ਆਪਾਂ ਨੂੰ ਵੱਖਰੀ ਮਾਰਕੀਟ ਨਹੀਂ ਦਿੰਦੀ, ਸਾਨੂੰ ਵੱਖਰੀ ਮਾਰਕੀਟ ਨਹੀਂ ਦਿੰਦੀ, ਸਰਟੀਫਿਕੇਸ਼ਨ ਨਹੀਂ ਦਿੰਦੀ। ਉੱਥੇ ਜਿੱਦਾਂ ਵੀਰ ਨੇ ਕਿਹਾ ਵੀ ਉੱਥੇ ਮੰਡੀਆਂ 'ਚ ਲੈ ਕੇ ਟਮਾਟਰ ਤੇ ਟਾਕੀਆਂ ਨਾਲ ਸਾਫ਼ ਕਰਕੇ ਸ਼ਹਿਰਾਂ 'ਚ ਵੇਚੀ ਜਾਂਦੇ ਲੋਕ ਆਰਗੈਨਿਕ ਕਹਿ ਕੇ। ਸਾਡੀਆਂ ਚੀਜ਼ਾਂ ਦਾ ਟੇਸਟ ਅਸੀਂ ਦੱਸ ਸਕਦੇ ਕੀ ਆ। ਆਪਣੀ ਪੈਦਾ ਕੀਤੀ ਚੀਜ਼ ਦਾ ਟੇਸਟ, ਉਹੀ ਚੀਜ਼ ਮੇਰੀ ਮਾਂ ਗੱਡੇ ਤੋਂ ਲੈ ਕੇ ਧਰ, ਮੈਂ ਦੱਸ ਦੂੰ ਵੀ ਤੂੰ ਅੱਜ ਬਾਹਰੋਂ ਲੈ ਕੇ ਧਰੀ ਆ। ਗੱਲ ਬਿਲਕੁਲ ਪਤਾ ਹੀ ਕੀ ਇਹਨਾਂ ਦੀ ਇੱਕ ਪਾਲਿਸੀ ਹੈ, ਇਹਨਾਂ ਦੀ ਵਜ੍ਹਾ ਕਰਕੇ ਮੈਂ ਸਾਰਾ ਕੰਮ ਨੂੰ ਛੱਡਣਾ ਬਿਲਕੁਲ ਸੱਚ ਪਿਆ। ਗੱਲ ਭਾਜੀ। ਇਹੀ ਜਿਹੜੀ ਇਹ ਹੋਲਡਿੰਗ ਕੈਪੈਸਿਟੀ ਤੇ ਮਾਰਕੀਟਿੰਗ ਸਟ੍ਰੈਟਜੀ ਜੇ ਸਿੱਧੂ ਸਾਹਿਬ ਗੱਲ ਕਰਦੇ ਆ, ਤੁਸੀਂ ਇਹਨਾਂ ਪਿਛਲੇ 3-4 ਮਹੀਨਿਆਂ ਦਾ ਜੇ ਸੁਣੋਗੇ, ਇਹ ਜੇ ਸਰਕਾਰ ਪੰਜਾਬ ਸਰਕਾਰੀ ਕਿਸਾਨਾਂ ਨਾਲ ਮਿਲ ਕੇ, ਕੋਆਪਰੇਟਰ ਨਾਲ ਮਿਲ ਕੇ ਤੁਹਾਨੂੰ ਹੱਕ ਦੇ ਇਹਨਾਂ ਦਾ ਜਿਹੜਾ ਮਸਲਾ ਇੰਨੀ ਦੇਰ ਤੋਂ ਬੋਲ ਰਹੇ ਨੇ ਐਸਵਾਈਐਲ ਦਾ, ਇਹ ਉਸ ਦਾ ਵੀ ਹੱਲ ਹੈ। ਤੁਸੀਂ ਐਸਵਾਈਐਲ ਦਾ ਕੁੱਲ ਪਾਣੀ ਦੇਖ ਲਓ ਜਿਹੜਾ ਜਾਂਦਾ ਹੈ, ਉਹ 720 ਮਿਲੀਅਨ ਕਿਊਬਿਕ ਮੀਟਰ ਹੈ। ਜੀਰੀ 'ਚ ਜ਼ਿਆਦਾ ਜਾਂਦਾ। ਠੀਕ ਹੈ, 1 ਕਿਲੋ ਜੀਰੀ ਲਾਉਣੇ ਹੋ 3730 ਲੀਟਰ ਪਾਣੀ, 5300 ਲੀਟਰ 1 ਕਿਲੋ ਜੀਰੀ ਅੰਦਰ ਆਪਾਂ ਵਰਤ ਕੇ ਭੇਜਦੇ ਹਾਂ। ਠੀਕ ਹੈ, ਜੀਰੀ ਤਾਂ ਆਪਾਂ ਖਾਂਦੇ ਨਹੀਂ, ਪਰ ਆਪਾਂ ਕਿਉਂ ਕਰਦੇ ਹਾਂ? ਕਿਉਂਕਿ ਉਹ ਚ ਆਪਣਾ ਐਮਐਸਪੀ ਮਿਲਦੀ ਹੈ। ਮੈਂ ਕਿਹਾ ਸਬਜ਼ੀਆਂ ਲਾਈਏ, ਦਾਲਾਂ ਲਾਈਏ, ਆਇਲ ਸੀਡ ਲਾਈਏ, ਤੇ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਂਦੇ ਆ। ਇਹ ਜੋ ਇਹ ਕਹਿੰਦਾ ਮੁੰਡਾ ਬਾਰਡਰ ਖੋਲਦੇ ਨੇ, ਜਿੰਨੀ ਮਰਜ਼ੀ ਐਕਸਪੋਰਟ ਕਰੀ ਜਾਓ ਇੱਧਰ ਨੂੰ, ਅਫਗਾਨਿਸਤਾਨ ਨੂੰ ਸਬਜ਼ੀ ਹਰ ਵਿੱਚ ਹੁੰਦਾ ਹੀ ਆ। ਉਹਦੇ ਪੁੱਤਰ ਮੈਂ ਪਹਿਲੇ ਦਿਨ ਬੋਲਿਆ ਕਿ ਨਹੀਂ ਇਹੀ ਗੱਲ, ਉੱਥੇ ਵੀ ਜਾ ਕੇ ਕਹੀ ਕਿ ਨਹੀਂ ਕਹੀ, ਵਿਆਹ ਖੋਲ
ਕਿਉਂ ਮੈਨੂੰ ਪਤਾ 6 ਮਹੀਨੇ 60 ਸਾਲ ਦੀ ਤਰੱਕੀ ਅਸਲ ਤੇ ਇੱਕ ਦਿਨ ਵੇਖੀ ਇਹ ਬਾਬੇ ਦਾ ਦਰ ਖੁੱਲਿਆ ਨਾ ਕਰਨ ਵਾਲਾ ਉਹ ਕਰਾਉਣ ਵਾਲਾ ਉਹ ਹਾਂਜੀ। ਇਹ ਦਰ ਨੇ ਬਹੁਤ ਕੁਝ ਖੋਲ ਦੇਣਾ ਯਾਦ ਰੱਖੀ ਮੇਰੀ ਗੱਲ ਇਹ ਇਹਦੇ ਬਾਬੇ ਨਾਨਕ ਦੀ ਰਜ਼ਾ ਨਾਲ ਹੀ ਹੋਣਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਆਪਾਂ ਆਪਣਾ ਹਿਸਾਬ ਰੱਖੀਏ ਠੀਕ ਹੈ ਸਮਝ ਨਹੀਂ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਤੇ ਗੱਲ ਸਮਝੋ ਸੋ ਇਹ ਨਜ਼ਾਰਾ ਆ ਗਿਆ ਤੁਹਾਡੇ ਨਾਲ ਅੱਜ ਬਹਿ ਕੇ ਮੈਂ ਕਰਾਂ ਜੇ ਚਾਹ ਦਾ ਸੜੂਕਾ ਲੱਗਦਾ ਨਾ ਇੱਥੇ ਨਜ਼ਾਰਾ ਫੇਰ ਆਵਾਂ ਅਸੀਂ ਵਰ ਕੋਈ ਪਿੰਨੀਆਂ ਵੱਲ ਵਧੀਆ ਹੁਣ ਆਪਾਂ ਪਿੰਨੀਆਂ ਵੱਲ ਪਿੰਨੀਆਂ ਨਾਲ ਕਹਿੰਦਾ ਮੈਂ ਦਿਲ ਹੋ ਗਿਆ ਖੁਸ਼ ਬਾਗੋ ਬਾਗ ਹੋ ਗਿਆ ਹੁਣ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਆਪਾਂ ਹੁਣ ਸਿਆਸੀਕਰਨ ਕਰਦੇ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਹਾਰਾਜ ਆਪਾਂ ਪੱਗ ਦੀ ਲੜਾਈ ਲਾ ਪੱਗ ਦੀ ਸੰਭਾਲ ਜੱਟਾ ਪੱਗ ਦੀ ਸੰਭਾਲ ਉਹ ਮੂਵਮੈਂਟ ਹੈ ਉਹ ਮੂਵਮੈਂਟ ਆਪਾਂ ਪੱਗ ਦੀ ਗੱਲ ਕਰੀਏ ਆਪਣੀ ਹੋਮ ਦੀ ਗੱਲ ਕਰੀਏ ਹੈ ਸਾਡੇ ਪੱਗ ਨਹੀਂ ਲਾਉਂਦੇ ਨੇ ਸਾਡੀ ਜ਼ਮੀਨਾਂ ਕਿਹਨਾਂ ਲੈ ਲੈਣਗੇ ਸਿੱਧੂ ਸਾਹਿਬ ਇਹ ਮੂਵਮੈਂਟ ਨੇ ਸਾਰਾ ਦੇਸ਼ ਜਗਾਤਾ ਬਿਲਕੁਲ ਜਗਾ ਲੋਕਾਂ ਨੂੰ ਨੇੜੇ ਲਿਆਤਾ ਭਾਈਚਾਰਾ ਨੇੜੇ ਲਿਆਤੇ ਸਾਰੇ ਬਿਲਕੁਲ ਜਗਾਤਾ ਓਏ ਮੈਂ ਤੁਹਾਨੂੰ ਹੋਰ ਦੱਸਾਂ ਜਾਂਦੇ ਜਾਂਦੇ ਮੈਂ ਤੁਹਾਨੂੰ ਆਪਾਂ ਹੁਣ ਜਾਂਦੇ ਜਾਂਦੇ ਗੱਲ ਕਰੀਏ ਦੇਖੋ ਪਰਮੀਤ ਉਹ ਉੱਥੇ ਸੰਘਰਸ਼ ਕਰ ਰਹੇ ਆ ਸਾਡੀਆਂ ਦੇ ਦੁਆਵਾਂ ਅਰਦਾਸਾਂ ਉਹਨਾਂ ਨਾਲ ਹੀ ਨੇ। ਓਏ ਜਿਹੜੀ ਗੱਲ ਪਿੰਡਾਂ ਵਾਲੀ ਆ ਨਾ ਇਹ ਸੱਥਾਂ ਵਾਲੀ ਆ ਇਹਦੀ ਜਿਹੜੀ ਖੁਸ਼ਬੂ ਹੈ ਮਿੱਤਰਾ ਕਿਤੇ ਨਹੀਂ ਸਹੀ ਹੈ ਅਸੀਂ ਤੇ ਇਹਨਾਂ ਸੱਥਾਂ 'ਚ ਹੀ ਵੱਡੇ ਹੋਏ ਆ ਸਾਡਾ ਤਾਇਆ ਮਤਲਬ ਇਹ ਮੇਰਾ ਭਤੀਜਾ ਇਹਦੇ ਫਾਦਰ ਦਾ ਫਾਦਰ ਉਹ ਮੈਨੂੰ ਕਦੇ ਪਾਈਪ ਰੈਂਚ ਬੁਲਾਉਂਦਾ ਕਦੇ ਮੁਸ਼ਕਾਟੀ ਸੈਨ ਬੁਲਾਉਂਦਾ ਉਹ ਸੱਥਾਂ ਦੇ ਵਿੱਚ ਹੀ ਉਹ ਸੁਣਾਉਂਦਾ ਰਹਿੰਦਾ ਸਾਈਕਲ ਤੇ ਜਾਂਦਾ ਹੁੰਦਾ ਸਾਈਕਲ ਤੇ ਜਾਂਦਾ ਪੱਠੇ ਆ ਵੱਢਣੇ ਉਹਨੇ ਮਤਲਬ 85 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋਈ ਕਿਆ ਬਰੀਡਾਂ ਹੀ ਮੁੱਕ ਗਈਆਂ ਮਿੱਤਰੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਕਹਿੰਦਾ ਬਾਪੂ ਚੱਕ ਦੇ ਫੱਟੇ ਨੱਪਦੇ ਕਿੱਦੀ ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ ਮਾਮਾ ਜੀ ਹਾਂਜੀ ਯਾਰ ਬਾਪੂ ਠੀਕ ਹੈ ਨਾ ਇਹ ਉਹੀ ਗੁੰਡਾ ਹਾਂਜੀ ਵਾਟ ਕਰਦੇ ਆ ਜਾ ਚਲੋ ਇਹ ਗੁੰਡਾ ਕੀ ਖਾਤਰ ਲੈ ਮਨੀ ਵਾਤਰ